दोहरा सो सुन खालस छिप लगी। ਖਾਲਸਾ ਉਸ ਵੇਲੇ ਜੱਗਾਂ ਜੁੱਧਾਂ ਦੇ ਵਿੱਚ ਰੁੱਝਿਆ ਰਹਿੰਦਾ ਸੀ। ਜਦੋਂ ਉਹ ਸੁਣਦੇ ਸਨ ਕਿ ਕੋਈ ਵੀ ਸਾਡੇ ਗੁਰੂ ਸਾਹਿਬ ਜੀ ਦੀ ਬਰਾਬਰੀ ਕਰ ਰਿਹਾ ਹੈ, ਕੋਈ ਪਖੰਡ ਵਿਖਾ ਕੇ ਸਿੱਖ ਸੰਗਤਾਂ ਨੂੰ ਭਰਮਾ ਰਿਹਾ ਹੈ, ਤਾਂ ਉਹਨਾਂ ਨੂੰ ਬੜੀ ਚਿੜ ਲੱਗਦੀ, ਚਿੱਪ ਲੱਗਦੀ ਸੀ ਕਿ ਗੁਰੂ ਕੀ ਹੋਵੇ ਸੰਗਤ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ, ਤੇ ਉਹਨਾਂ ਨੂੰ ਕੋਈ ਪਖੰਡੀ ਬੰਦਾ ਭਰਮਾ ਜਾਵੇ, ਪਖੰਡ ਵਿਖਾ ਕੇ ਆਪਦੇ ਮਗਰ ਲਾਵੇ। ਇਸ ਕਰਕੇ ਜਿਹੜੇ ਤਿਆਰ ਬਰ ਤਿਆਰ ਸਿੰਘ ਸਨ ਉਹ ਇਸ ਗੱਲ ਦਾ ਗੁੱਸਾ ਮੰਨਦੇ ਸਨ ਅਤੇ ਸਿੰਘਾ ਦੰਗੋ ਫੰਗੋ ਕਰਹੇ। ਉਹ ਜਾਂਦੇ ਜਾਂਦੇ ਕਿਤੇ ਨਾ ਕਿਤੇ ਦੰਗਾ ਫਸਾਦ ਕਰ ਜਾਂਦੇ ਸਨ, ਕਿਉਂਕਿ ਪਖੰਡੀ ਲੋਕ ਸੋ ਉਹਨਾਂ ਦਾ ਗੁਜ਼ਾਰਾ ਨਹੀਂ ਚੱਲਦਾ। ਇਸ ਕਰਕੇ ਉਹਨਾਂ ਪਖੰਡ ਖਿਲਾਰਨਾ ਹੋਇਆ ਤੇ ਸਿੰਘ ਨਾਰਾਜ਼ ਹੋ ਜਾਂਦੇ ਸਨ। ਪਰ ਬਿਨਾ ਦਿਖਾਏ ਬਰਕਤ। ਭਾਈ ਰਤਨ ਸਿੰਘ ਜੀ ਕਹਿੰਦੇ ਨੇ ਕਿ ਦੁਨੀਆਦਾਰਾਂ ਦਾ ਇਹੋ ਜਿਹਾ ਕੰਮ ਹੈ, ਜਿੰਨਾ ਚਿਰ ਉਹਨਾਂ ਨੂੰ ਕਰਾਮਾਤ ਨਾ ਵਿਖਾਈ ਜਾਏ ਉਹਨਾਂ ਚਿਰ ਉਹ ਬਾਬਾ ਮਸ਼ਹੂਰ ਹੀ ਨਹੀਂ ਹੁੰਦਾ। ਤੁਸੀਂ ਦਾਲ ਨਾਲ ਰੋਟੀ ਖਾ ਕੇ ਆਏ ਹੋ ਕਿ ਸਬਜ਼ੀ ਨਾਲ, ਦੱਸੋ ਬਾਬੇ ਦਾ ਕੀ ਮਤਲਬ? ਇਹੋ ਜਿਹੀਆਂ ਗੱਲਾਂ ਦੱਸੀ ਜਾਣੀਆਂ। ਤੁਹਾਡਾ ਮੁੰਡਾ ਬਾਹਰ ਜਾਊਗਾ ਕਿ ਨਹੀਂ, ਮੱਝ ਮਿਲੇਗੀ ਕਿ ਨਹੀਂ। ਸੋ ਇਸ ਤਰ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਜੋ ਆਮ ਗ੍ਰਸਤੀ ਲੋਕਾਂ ਦੀਆਂ ਮਜਬੂਰੀਆਂ ਹੁੰਦੀਆਂ ਨੇ। ਕਿਸੇ ਨੂੰ ਪੇੜਾ ਕਰਕੇ ਦੇ ਦੇਣਾ, ਕਿਸੇ ਨੂੰ ਉਂਗਲ ਘੁਮਾ ਕੇ ਪਾਣੀ ਕਰਕੇ ਦੇ ਦੇਣਾ, ਆ ਜਲ ਛਕ ਲਿਓ ਜੀ। ਕਿਸੇ ਨੂੰ ਲਾਚੀਆਂ ਦੇ ਮੰਦਰ ਪੜ੍ਹ ਦੇਣਾ, ਕਿਸੇ ਦੇ ਕੋਈ ਮਨ ਦੀ ਗੱਲ ਦੱਸ ਦੇਣੀ ਕਿ ਫਲਾਣੇ ਸਮੇਂ ਦੇ ਤੇਰੇ ਨਾਲ ਆਹ ਹੋਇਆ ਸੀਗਾ। ਇਸ ਤਰ੍ਹਾਂ ਨਿੱਕੀਆਂ ਮੋਟੀਆਂ ਜਿਹੜੀਆਂ ਗੱਲਾਂ ਨੇ ਉਹ ਸਾਧੂ ਸੰਤ ਦੱਸ ਕੇ ਦੁਨੀਆ ਆਪਦੇ ਮਗਰ ਲਾਉਂਦੇ। ਲੋਕ ਕਹਿੰਦੇ ਧੰਨ ਬਾਬਾ ਜੀ ਬ੍ਰਹਮ ਗਿਆਨੀ ਮਹਾਂਪੁਰਖ। ਤੋ ਇਸ ਵਾਸਤੇ ਉਹ ਸਾਧ ਵੀ ਕੀ ਕਰਨ, ਉਹਨਾਂ ਦਾ ਗੁਜ਼ਾਰਾ ਹੀ ਨਹੀਂ ਚੱਲਦਾ ਬਿਨਾਂ ਕਰਾਮਾਤ ਦਿਖਾਉਣ ਤੋਂ। ਉਹ ਕਰਾਮਾਤ ਦਿਖਾਲਦੇ। ਕੋਈ ਪਤਿਆਂ ਵੈ ਨਾਹੀ। ਗ੍ਰਸਤੀ ਬੰਦੇ ਜਿੰਨਾ ਚਿਰ ਕਰਾਮਾਤ ਨਾ ਦੇਖਣ ਉਹਨਾਂ ਚਿਰ ਉਹ ਭਰੋਸਾ ਨਹੀਂ ਕਰਦੇ ਹਨ। ਖਾਲਸਾ ਗੰਗੂ ਸਾਹਿਨ। ਖਾਲਸੇ ਦੀ ਅਤੇ ਰਾਮ ਰਾਈਏ, ਗੰਗੂ ਸ਼ਾਹੀਏ ਇਤਿਆਦਿਕ ਜਿਹੜੇ ਗੁਰੂ ਘਰ ਵਿੱਚੋਂ ਖਾਰਜ ਕੀਤੇ ਗਏ ਨੇ। ਐਸੋ ਰਹਿ ਤਕਰਾਰ। ਇਸ ਤਰ੍ਹਾਂ ਇਸ ਗੱਲ ਉੱਤੇ ਉਹਨਾਂ ਦਾ ਝਗੜਾ ਰਹਿੰਦਾ ਸੀਗਾ ਵੀ ਸਾਡੇ ਵਿੱਚ ਤਾਂ ਕਰਾਮਾਤ, ਅਸੀਂ ਤਾਂ ਸਿੱਖਾਂ ਦੇ ਕਾਰਜ ਪੂਰੇ ਕਰਦੇ ਹਾਂ ਤੇ ਤੁਸੀਂ ਕੀ ਕਰਦੇ ਹੋ ਨਿਹੰਗੋ, ਤੁਸੀਂ ਤਾਂ ਕੁਝ ਵੀ ਨਹੀਂ ਕਰਦੇ। ਇਉਂ ਕਹਿ ਕੇ ਗੁਰਸਿੱਖਾਂ ਨੂੰ ਚੜਾਉਂਦੇ ਸਨ, ਗੁਰਸਿੱਖਾਂ ਨੂੰ ਖਿਜਾਉਂਦੇ ਸਨ। ਸਿੰਘ ਕਹੈ ਖਾਲਸੋ ਜਿਤਿਓ। ਸਿੰਘ ਤਾਂ ਕਹਿੰਦੇ ਨੇ ਕਿ ਖਾਲਸਾ ਪੰਥ ਦੀ ਜੈ ਜੈਕਾਰ ਹੈ, ਅਸੀਂ ਜਿੱਤੇ ਹਾਂ ਅਤੇ ਮੁਗਲ ਹਾਰੇ ਨੇ। ਗੰਗਾਈ ਕਹੈ ਗਇਓ ਹਾਰ। ਅਤੇ ਜਿਹੜੇ ਗੰਗੂ ਸ਼ਾਹੀਏ ਨੇ ਜੋ ਖਾਲਸੇ ਪੰਥ ਦੇ ਵਿਰੋਧੀ ਬਣੇ ਹੋਏ ਨੇ ਉਹ ਕਹਿੰਦੇ ਨਹੀਂ ਜਿੱਤੇ, ਖਾਲਸਾ ਹਾਰ ਗਿਆ ਸੀ। ਕੀ ਲੈ ਲਿਆ? ਮੁੰਡੇ ਮਰਵਾ ਲਏ, ਗੁਰਦੁਆਰਾ ਢਵਾ ਲਿਆ, ਆਹ ਕਰਾ ਲਿਆ, ਉਹ ਕਰਾ ਲਿਆ, ਮਿਲਿਆ ਕੁਛ? ਇਸ ਤਰ੍ਹਾਂ ਲੋਕ ਤਰਕਾਂ ਕਰਦੇ ਨੇ, ਕਹਿੰਦੇ ਹਾਰ ਗਏ। ਸਿੰਘ ਕਹਿੰਦੇ ਅਸੀਂ ਜਿੱਤ ਗਏ। ਇਉਂ ਕਹਿ ਕੇ ਗੁਰਸਿੱਖਾਂ ਨੂੰ ਚੜਾਉਂਦੇ ਨੇ, ਸਿੱਖਾਂ ਨੂੰ ਖਿਜਾਉਂਦੇ ਹਨ। ਜਿਹਦੇ ਨਾਲ ਲੜਨਾ ਹੋਵੇ, ਕੇਸ ਕੂਸ ਪਾਉਣਾ ਹੋਵੇ, ਉਹਦੇ ਵਿਰੁੱਧ ਗੱਲ ਕਰ ਦਿਓ। ਪਤਾ ਵੀ ਬੰਦਾ ਭੁੜਕੂਗਾ, ਕੋਈ ਨਾ ਕੋਈ ਡਾਂਗ ਸੋਟਾ ਕਰੂਗਾ ਤੇ ਫਿਰ ਚੁੱਕ ਕੇ ਕੇਸ ਠੋਕ ਕੇ ਉਹਨੂੰ ਜੇਲ੍ਹ 'ਚ ਪਾ ਦਿਓ। ਇਹ ਤਾਂ ਬੰਦਾ ਗਰਮ ਦਲੀਆ ਜੀ, ਇਹ ਤਾਂ ਲੜਾਈ ਕਰਦਾ ਜੀ। ਆਪਦੀ ਗੱਲ ਨਹੀਂ ਦੱਸਣੀ ਕਿ ਮੈਂ ਚੋਪ ਵਾਲੀ ਗੱਲ ਕੀਤੀ ਹੈ, ਜਾਣ ਬੁੱਝ ਕੇ ਝਗੜਾ ਖੜਾ ਕੀਤਾ। ਇਉਂ ਰਾਜਨੀਤਿਕ ਲੋਕ ਆਪ ਹੀ ਗਲਤ ਗੱਲਾਂ ਕਰਕੇ ਝਗੜਾ ਪਾਉਂਦੇ ਨੇ ਤੇ ਦੂਸਰੇ ਨੂੰ ਝਗੜੇ ਦਾ ਮੌਕਾ ਦੇ ਕੇ ਤੇ ਉਹਨਾਂ ਨੂੰ
ਆਪਦੇ ਅਧੀਨ ਕਰ ਲੈਂਦੇ ਨੇ। ਚੌਪਾਈ ਜਿਨ ਬਿਦ ਤਿਨ ਵਿਵਾਦੋ ਪਾਇਓ। ਇਹ ਪੁਰਾਣੇ ਸਮੇਂ ਤੋਂ ਇਸ ਤਰ੍ਹਾਂ ਹੁੰਦਾ ਆਇਆ ਹੈ, ਝੂਠਿਆਂ ਦਾ ਤੇ ਸੱਚਿਆਂ ਦਾ ਆਪਸ ਦੇ ਵਿੱਚ ਵਿਵਾਦ ਹੀ ਰਿਹਾ ਹੈ। ਵੇਖ ਲਓ, ਸਕਾ ਪਿਓ ਹਰਨਾਕਸ਼, ਉਹਨੇ ਸਗੇ ਪੁੱਤਰ ਨਾਲ ਵੈਰ ਪਾ ਲਿਆ। ਸੱਚ ਤੇ ਝੂਠ ਹਮੇਸ਼ਾ ਹੀ ਲੜਦੇ ਰਹੇ ਨੇ, ਪਰ ਹਮੇਸ਼ਾ ਜਿੱਤ ਸੱਚ ਦੀ ਹੁੰਦੀ ਹੈ। ਸੱਚੋਂ ਉਰ ਹੈ ਸਭ ਕੋ ਉੱਪਰ ਸੱਚ ਚਾਰ। ਜਿਸ ਤਰ੍ਹਾਂ ਨਾਲ ਸੋ ਉਹਨਾਂ ਨਾਲ ਝਗੜਾ ਹੋਇਆ। ਕਹਿ ਰਤਨ ਸਿੰਘ ਸੋ ਸੁਣ ਲਿਓ। ਭਾਈ ਰਤਨ ਸਿੰਘ ਜੀ ਕਹਿੰਦੇ, ਖਾਲਸਾ ਜੀ ਸੁਣੋ, ਇਹ ਗੰਗੂ ਸ਼ਾਹੀਆਂ ਨਾਲ ਕਿਵੇਂ ਝਗੜਾ ਹੋਇਆ ਹੈ। ਜਿਨ ਦੇਖੇ ਜੀਵਤ ਸਿੱਖ ਵਾਹੇ। ਭਾਈ ਰਤਨ ਸਿੰਘ ਜੀ ਕਹਿੰਦੇ ਕਿ ਜਿਨ੍ਹਾਂ ਦੀ ਮੈਂ ਸਾਖੀ ਸੁਣਾ ਰਿਹਾ, ਜਿਨ੍ਹਾਂ ਸਿੱਖਾਂ ਨੇ ਉਹ ਜਿਉਂਦੇ ਵੇਖੇ ਸਨ, ਜਿਨ੍ਹਾਂ ਨੇ ਝਗੜਾ ਅੱਖੀਂ ਵੇਖਿਆ ਸੀ ਹੁੰਦਾ ਹੋਇਆ, ਉਹਨਾਂ ਦੇ ਰਾਹੀਂ ਸੁਣ ਕੇ ਮੈਂ ਲਿਖਿਆ ਹੈ। ਉਹਨੇ ਕਹਿਓ ਥੋ ਹਮਾਰੇ ਪਾਹੇ। ਅੱਖੀਂ ਡਿਠਾ ਹਾਲ ਜਿਨ੍ਹਾਂ ਸਿੱਖਾਂ ਨੇ ਦੇਖਿਆ, ਮੇਰੇ ਕੋਲ ਦੱਸਿਆ, ਉਹਨਾਂ ਤੋਂ ਸੁਣਿਆ, ਤੇ ਉਸੇ ਤਰ੍ਹਾਂ ਹੀ ਮੈਂ ਲਿਖਿਆ ਕਿ ਗੰਗੂ ਸ਼ਾਹੀਆਂ ਨਾਲ ਕਿਵੇਂ ਖਾਲਸਾ ਪੰਥ ਦਾ ਫੈਸਲਾ। ਸਿੱਖ ਤੋ ਗੋਰਾ ਦਸ ਮੁਖ ਪੂਰੋ। 10ਵੀਂ ਬਾਦਸ਼ਾਹ ਜੀ ਦਾ ਇੱਕ ਪੂਰਨ ਤਿਆਰ ਬਰ ਤਿਆਰ ਅੰਮ੍ਰਿਤਧਾਰੀ ਗੁਰ ਸਿੱਖ ਸੀ। ਵਿਆਹਿਓ ਕਾਰ ਗੰਗੂ ਸ਼ਾਹੀਆਂ ਕੇ ਉਰੋ। ਉਹ ਗੁਰਸਿੱਖ ਗੰਗੂ ਸ਼ਾਹੀਆਂ ਦੇ ਘਰ ਵਿਆਹਿਆ ਗਿਆ। ਉਹਨੋਂ ਭਾਵ ਜੋ ਗੁਰਸਿੱਖੀ ਤੋਂ ਦੂਰ ਨੇ, ਜਿਹੜੇ ਲੋਕ ਖੰਡੇ ਦੀ ਪੌੜ ਵਾਲਿਆਂ ਨੂੰ, ਗੁਰਸਿੱਖੀ ਨੂੰ ਨਹੀਂ ਸੀ ਪਸੰਦ ਕਰਦੇ, ਕੁਦਰਤੀ ਉਹਨਾਂ ਦੇ ਘਰੇ ਉਹਦਾ ਰਿਸ਼ਤਾ ਹੋ ਗਿਆ ਗੁਰੂ ਦੇ ਸਿੱਖ ਦਾ। ਅਨ ਤਨ ਉਸ ਕਾਮੇ ਨ ਕਾਈ। ਗੁਰਸਿੱਖ ਚੰਗਾ ਰੱਜਿਆ ਪੁੱਜਿਆ ਸੀਗਾ, ਅਨਾਜ ਧਨ ਦੌਲਤ ਦੀ ਉਹਦੇ ਕੋਈ ਵੀ ਕਮੀ ਨਹੀਂ ਸੀ। ਏਕਾ ਲੋੜ ਪੁੱਤਰ ਕੀ ਉਸਰਹਾਈ। ਉਹਦੇ ਘਰ ਵਿੱਚ ਪੁੱਤਰ ਹੈ ਨਹੀਂ ਸੀ, ਘਰ ਦਾ ਮਾਲਕ ਹੈ ਨਹੀਂ ਸੀ। ਇੱਕ ਪੁੱਤਰ ਦੀ ਲੋੜ ਬਾਕੀ ਰਹਿੰਦੀ ਸੀ ਉਸ ਗੁਰਸਿੱਖ ਨੂੰ। ਅਨ ਤਨ ਮੈਂ ਉਸ ਬੜ ਨਫੋ ਆਇਓ। ਵਾਹਿਗੁਰੂ ਦੀ ਕਿਰਪਾ ਨਾਲ ਸਮਾਂ ਲੱਗਿਆ ਚੰਗਾ, ਅੰਨ ਧਨ ਦੇ ਵਿੱਚ ਬਹੁਤ ਨਫਾ ਮਿਲਿਆ ਉਸ ਨੂੰ, ਚੰਗੀ ਕਮਾਈ ਕੀਤੀ, ਚੰਗਾ ਅੰਨ ਧਨ ਘਰ ਵਿੱਚ ਆ ਗਿਆ। ਉਸ ਕੋ ਦਸੌਂਦ ਉਨ ਸਿੱਖ ਕੜਾਇਓ। ਉਸ ਗੁਰਸਿੱਖ ਨੇ ਆਪਣੀ ਕਮਾਈ ਦਾ 10ਵਾਂ ਹਿੱਸਾ ਗੁਰੂ ਕੇ ਨਿਮਿਤ ਕੱਢਿਆ ਹੈ। ਸਿੱਖ ਸਿੱਖਣੀ ਔਂਕਾਰੀ ਸਲਾਹੇ। ਸਿੱਖ ਸਿੱਖਣੀ ਨੇ ਇਸ ਤਰ੍ਹਾਂ ਸਲਾਹ ਕੀਤੀ ਕਿ ਆਪਣੀ ਮਹਾਰਾਜ ਨੇ ਭਾਗ ਲਾਇਆ ਹੈ, ਕਮਾਈ ਵਿੱਚ ਵਾਧਾ ਆਇਆ ਹੈ, ਗੁਰੂ ਨਾਮ ਦੇ ਦਸਵੰਧ ਕੱਢੀਏ, ਗੁਰੂ ਕੀ ਭੇਟਾ ਕੱਢੀਏ। ਦਸੌਂਦ ਚੜਾਈਐ ਕਰ ਸਿੱਖਣ ਬੁਲਾਏ। ਗੁਰ ਸਿੱਖਾਂ ਨੂੰ ਘਰ ਵਿੱਚ ਬੁਲਾ ਕੇ ਉਹਨਾਂ ਨੂੰ ਦਸਵੰਧ ਅਰਪਣ ਕਰੀਏ, ਲੰਗਰ ਕਰੀਏ, ਗੁਰ ਸਿੱਖਾਂ ਨੂੰ ਪ੍ਰਸ਼ਾਦ ਭੋਜਨ ਛਕਾਈਏ, ਨਾਲ ਹੀ ਉਹਨਾਂ ਨੂੰ ਦਸਵੰਧ ਦੇ ਕੇ ਅਰਦਾਸਾਂ ਕਰਵਾਈਏ। ਪ੍ਰਸ਼ਾਦ ਛਕਾਏ ਅਰਦਾਸ ਕਰਾਈਏ। ਭੋਜਨ ਛਕਾ ਕੇ ਗੁਰਸਿੱਖਾਂ ਦੇ ਪਾਸੋਂ ਅਰਦਾਸ ਕਰਵਾਈਏ। ਓਏ ਔਲਾਦ ਇਮ ਬਚਨ ਕਰਾਈਏ। ਸੰਗਤ ਤੋਂ ਇਸ ਤਰ੍ਹਾਂ ਬਚਨ ਕਰਾਈਏ ਕਿ ਸਾਡੇ ਘਰ ਔਲਾਦ ਹੋਵੇ, ਪੁੱਤਰ ਦੀ ਬਖਸ਼ਿਸ਼ ਹੋਵੇ। ਇਮ ਬਚਨ ਗੋਬਿੰਦ ਸਿੰਘ ਕਰ ਗਾਏ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਉਂ ਬਚਨ ਕਰ ਗਏ ਸਨ। ਜੋ ਚਾਹੈ ਪੰਜ ਸਿੱਖਣ ਤੇ ਲਾਏ। ਕਿ ਜੋ ਵੀ ਕਿਸੇ ਨੂੰ ਲੋੜ ਹੋਵੇ ਉਹ 5 ਸਿੱਖਾਂ ਨੂੰ ਅਰਦਾਸ ਕਰਕੇ ਕਰਵਾ ਕੇ ਲੈ ਸਕਦਾ ਹੈ। ਸੁਭ ਦਿਨ ਪੁੱਛ ਕਾ ਲਿਓ ਠਹਰਾਏ। ਚੰਗਾ ਦਿਨ
ਉੱਚ ਕਰਕੇ ਸਿੱਖਾਂ ਨੇ ਦਿਨ ਪੱਕਾ ਕਰ ਲਿਆ। ਦਇਓ ਸਿੱਖਨ ਕੋ ਬੋਲ ਪਠਾਈ, ਤੇ ਗੁਰਸਿੱਖਾਂ ਨੂੰ ਭੋਜਨ ਛਕਣ ਲਈ ਸੱਦਾ ਪੱਤਰ ਭੇਜ ਦਿੱਤਾ ਹੈ। ਸਿੱਖਨ ਕੋ ਚਾਹ ਚਰਨ ਕਰ ਪਾਇਓ, ਇਹ ਸਿੱਖ ਸਿੱਖਣੀ ਚਾਹੁੰਦੇ ਸਨ ਕਿ ਗੁਰਸਿੱਖ ਸਾਡੇ ਘਰ ਵਿੱਚ ਚਰਨ ਪਾਉਣ ਤੇ ਸਾਡਾ ਘਰ ਪਵਿੱਤਰ ਹੋਵੇ। ਸਾਕ ਸਰੀਕ ਪਿਸਦ ਬੁਲਾਇਓ, ਆਪਣੇ ਅੰਗ ਸਾਕ ਰਿਸ਼ਤੇਦਾਰ ਤੇ ਸ਼ਰੀਕੇ ਨੂੰ ਸੱਦਾ ਦੇ ਕੇ ਬੁਲਾਇਆ ਹੈ। ਸਭ ਨੂੰ ਆਪਣੇ ਘਰ ਸੱਦ ਲਿਆ ਹੈ। ਦੋਹਰਾ ਸਮੋ ਸਾਲ ਐਸੋ ਪਾਇਓ। ਭਾਈ ਰਤਨ ਸਿੰਘ ਜੀ ਕਹਿੰਦੇ ਨੇ ਕਿ ਜਿੱਥੇ ਗੁਰਸਿੱਖ ਵਿਆਹਿਆ ਸੀ ਉਹ ਗੰਗੂ ਸ਼ਾਹੀਆਂ ਦਾ ਘਰ ਸੀ। ਐਸਾ ਸਬਬ ਬਣਿਆ, ਉਹਨਾਂ ਨੂੰ ਵੀ ਬੁਲਾ ਲਿਆ ਤੇ ਉਹ ਵੀ ਤਿਆਰ ਹੋ ਗਏ ਆਪਣੇ ਜਵਾਈ ਦੇ ਘਰ ਆਉਣ ਵਾਸਤੇ। ਓਏ ਸਸੁਰੈ ਪਈ ਤਿਆਰ, ਕਿਉਂਕਿ ਉਹ ਲੜਕੀ ਦੇ ਮਾਤਾ ਪਿਤਾ ਸਨ, ਉਹਨਾਂ ਨੇ ਤਾਂ ਆਉਣਾ ਹੀ ਸੀਗਾ। ਖੁਸ਼ੀ ਦੇ ਮੌਕੇ ਘਰ ਦੇ ਵਿੱਚ ਕੋਈ ਪ੍ਰੋਗਰਾਮ ਹੋਵੇ ਤਾਂ ਰਿਸ਼ਤੇਦਾਰ ਬੁਲਾਈ ਦੇ ਹੀ ਨੇ, ਇਸ ਲਈ ਸੋ ਸੱਸ ਸਹੁਰੇ ਨੂੰ ਵੀ ਬੁਲਾ ਲਿਆ ਹੈ। ਰਸਤੇ ਮੈਂ ਓਨ ਗੁਰ ਮਿਲਿਓ, ਗੁਰਸਿੱਖ ਦੇ ਸਹੁਰਿਆਂ ਨੂੰ ਰਸਤੇ ਦੇ ਵਿੱਚ ਖੜਕ ਸਿੰਘ ਗੰਗਿਆਰ, ਭਾਈ ਖੜਕ ਸਿੰਘ ਜੋ ਗੰਗਿਆਰ ਗੰਗੂ ਸ਼ਾਹੀਆਂ ਦਾ ਗੁਰੂ ਬਣਿਆ ਫਿਰਦਾ ਸੀਗਾ, ਉਹ ਮਿਲ ਗਿਆ। ਚੌ ਪਾਈ ਸੋਇ ਨੇ ਲਿਓ ਤੈ ਮੁੜਾਈ, ਉਹਦੇ ਸਹੁਰਿਆਂ ਨੇ ਖੜਕ ਸਿੰਘ ਅੱਗੇ ਬੇਨਤੀ ਕਰਕੇ ਉਸ ਨੂੰ ਮੋੜ ਲਿਆ ਕਿ ਸਾਡੇ ਜਵਾਈ ਦੇ ਘਰ ਕਾਰਜ ਹੈ ਜੀ, ਤੇ ਇੱਧਰ ਵੀ ਚਰਨ ਪਾਉਂਦੇ ਜਾਓ ਜੀ। ਇਉਂ ਉਹਨੂੰ ਰਾਹ ਦੇ ਵਿੱਚੋਂ ਹੀ ਉਹਨਾਂ ਆਪਣੇ ਨਾਲ ਹੀ ਮੋੜ ਲਿਆਂਦਾ। ਸਿੱਖ ਕਰਨ ਓਨ ਲਿਓ ਠਹਿਰਾਏ, ਗੰਗੂ ਸ਼ਾਹੀਆਂ ਦਾ ਜੋ ਗੁਰੂ ਖੜਕ ਸਿੰਘ ਸੀ, ਉਹਨੇ ਆਖਿਆ ਕਿ ਮੈਂ ਤਾਂ ਚੱਲਦਾ ਤੁਹਾਡੇ ਨਾਲ, ਜੇ ਉਹ ਮੇਰਾ ਸਿੱਖ ਬਣੇਗਾ ਤਾਂ ਹੀ ਮੈਂ ਚੱਲੂੰਗਾ, ਜੇ ਉਹ ਮੇਰੇ ਆਖੇ ਲੱਗੇਗਾ, ਜੇ ਉਹ ਮੇਰੇ ਸਿੱਖ ਬਣ ਜਾਣ ਫਿਰ ਮੈਂ ਉਹਨਾਂ ਦੀ ਅਰਦਾਸ ਕਰੂੰਗਾ, ਕਾਰਜ ਵੀ ਠੀਕ ਹੋ ਜਾਏਗਾ। ਕਿਸੇ ਵੀ ਬਾਬੇ ਕੋਲੋਂ ਕੰਮ ਕਰਾਉਣਾ ਹੋਵੇ ਤੇ ਸਭ ਤੋਂ ਪਹਿਲਾ ਸਵਾਲ ਤਾਂ ਉਹ ਆਪ ਦਾ ਪ੍ਰਸ਼ਾਦ ਦਿੰਦਾ ਹੈ, ਪਤਾ ਨਹੀਂ ਝੂਠਾ ਮਿੱਠਾ ਕਿਸ ਤਰ੍ਹਾਂ ਦਾ ਹੋਵੇ। 2 ਨੰਬਰ 'ਤੇ ਕਹਿੰਦਾ ਵੀ ਮੇਰੀਆਂ ਚੌਂਕੀਆਂ ਭਰੋ 5-7 ਜਿੰਨੀਆਂ ਵੀ, ਮਤਲਬ ਆਪਦੇ ਮਗਰ ਲਾਉਣਾ ਉਹਨਾਂ ਦਾ ਮੁੱਖ ਕਾਰਜ ਹੁੰਦਾ ਹੈ। ਤੋ ਇਸ ਤਰ੍ਹਾਂ ਬੰਦਾ ਆਪਣੇ ਆਪ ਹੀ ਫਿਰ ਖਿੱਚਿਆ ਜਾਂਦਾ। ਤੇ ਉਹ ਕਹਿਣ ਲੱਗਾ ਕਿ ਮੈਂ ਤੁਹਾਡੇ ਨਾਲ ਤਾਂ ਜਾਵਾਂਗਾ, ਚਰਨ ਪਾਵਾਂਗਾ, ਜੇ ਉਹ ਮੇਰੇ ਸਿੱਖ ਬਣਨਗੇ ਤਾਂ ਮੈਂ ਕਾਰਜ ਰਾਸ ਦੀ ਅਰਦਾਸ ਕਰਾਂਗਾ। ਇਹ ਉਹਨੇ ਉੱਥੇ ਹੀ ਉਹਨਾਂ ਨੂੰ ਮੈਂ ਨਾਲ ਲਿਆ, ਪਰ ਬਚਨ ਕਰਾ ਲਿਆ ਕਿ ਤੁਹਾਡਾ ਜਵਾਈ ਮੈਂ ਆਪ ਦਾ ਸਿੱਖ ਬਣਾਉਂਗਾ। ਉਹ ਕਹਿੰਦੇ ਠੀਕ ਹੈ ਜੀ, ਤੁਸੀਂ ਆਪ ਦਾ ਸਿੱਖ ਬਣਾ ਲਿਓ। ਅੱਗੇ ਹੋ ਤੋ ਮੇਰ ਸਿੰਘ ਆਇਓ, ਅੱਗੇ ਘਰ ਦੇ ਵਿੱਚ ਭਾਈ ਮੇਰ ਸਿੰਘ ਦਿੱਲੀ ਵਾਲਾ ਉਤਰਿਆ ਹੋਇਆ ਸੀ। ਇਹਦੀ ਸੋ ਜਿਹੜੀ ਸਿੱਖੀ ਸੀ ਸਿੱਧਕੀ ਸਿੰਘਾਂ ਵਾਲੀ ਸੀਗੀ। 5 ਕਕਾਰੀਆ ਗੁਰੂ ਜੀ ਦਾ ਸ਼ਰਧਾਲੂ ਕੱਟੜ ਗੁਰਸਿੱਖ ਸੀਗਾ। 10 ਕੋ ਸਿੰਘਾਂ ਨਾਲ ਸਿਉ ਸ਼ਸਤਰ ਸਜਾਇਓ, 10 ਕੋ ਸ਼ਸਤਰਧਾਰੀ ਸਿੰਘਾਂ ਨਾਲ ਸਜ ਧਜ ਕੇ ਆਇਆ ਹੋਇਆ ਸੀ। ਭਇਓ ਤਿਆਰ ਜਪਾਇਓ ਜਬ ਉਸੈ ਪ੍ਰਸਾਦ, ਜਦੋਂ ਉਹਨਾਂ ਦੇ ਜਵਾਈ ਕਰ ਪ੍ਰਸ਼ਾਦ ਲੰਗਰ ਪਾਣੀ ਤਿਆਰ ਹੋ ਗਿਆ, ਉਹ ਸਿੱਖ ਦੇ ਘਰ ਆਨ ਮਚਾਇਓ ਖੜਕ ਸਿੰਘ ਬਾਦ, ਤਾਂ ਗੰਗੂ ਸ਼ਾਹੀਏ ਖੜਕ ਸਿੰਘ ਨੇ ਆ ਕੇ ਰੌਲਾ ਪਾ ਲਿਆ। ਜੋ ਉਹਨਾਂ ਦੇ ਸੱਸ ਸਹੁਰੇ ਨੇ ਲਿਆਂਦਾ ਸੀਗਾ, ਉਹਨੇ ਆਪਦਾ ਹੀ ਵਾਦ ਸ਼ੁਰੂ ਕਰ ਦਿੱਤਾ। ਕਹਿਓ ਨੇ ਚਰਨ ਪਾਹੁਲ ਲੇਵਾ, ਇਹ ਗੰਗੂ ਸ਼ਾਹੀਏ ਚਰਨ ਬੋਲੀਏ ਸੀਗੇ। ਉਹ ਗੁਰੂ ਕਹਾਉਂਦਾ ਸੀ ਆਪਣੇ ਆਪ ਨੂੰ, ਅੰਮ੍ਰਿਤਧਾਰੀ ਹੋਇਆ ਨਹੀਂ ਸੀਗਾ। ਉਹ ਕਹਿੰਦਾ ਵੇਖੋ ਮੈਂ ਬਚਨ ਕਰਕੇ ਮੁੜਿਆ ਤੁਹਾਡੇ ਨਾਲ ਆਇਆ ਹਾਂ ਕਿ ਜੇ ਮੇਰੇ ਸਿੱਖ ਬਣਨਗੇ ਤਾਂ ਮੈਂ ਚੱਲਾਂਗਾ। ਆਓ ਹੁਣ ਪਹਿਲਾਂ ਮੈਥੋਂ
चरण पाओ ले लवो। होवे हम सिख तब प्रसाद जीवै। जे तुहाडा जवाई मेरा सिख बनेगा ਤਾਂ ਮੈਂ ਇਹਦੇ ਘਰ ਦਾ ਪ੍ਰਸ਼ਾਦ ਛਕਾਂਗਾ। ਉਹ ਤੋ ਜੋਰ ਬੜ ਸਾਹੁਰ ਵਾਰੀ। ਉਹ ਸਿੱਖ ਦੇ ਘਰ ਵਿੱਚ ਸਹੁਰੇ ਘਰ ਵਾਲਿਆਂ ਦਾ ਜ਼ਿਆਦਾ ਜ਼ੋਰ ਸੀਗਾ। ਆਮ ਤੌਰ 'ਤੇ ਲੜਾਈ ਝਗੜੇ ਦਾ ਮੁੱਖ ਕਾਰਨ ਗ੍ਰਸਤੀ ਪਰਿਵਾਰ ਦੇ ਵਿੱਚ ਸਹੁਰਿਆਂ ਦੀ ਹੱਦ ਤੋਂ ਵੱਧ ਦਖਲ ਅੰਦਾਜ਼ੀ ਹੀ ਹੁੰਦੀ ਹੈ। ਬੋਲ ਉੱਠੀ ਤਿਸ ਤਿਮਹੀ ਨਾਰੀ। ਉਸ ਗੁਰਸਿੱਖ ਦੇ ਨਾਲ ਗੰਗੂਸ਼ਾਹੀਆਂ ਦੀ ਧੀ ਵਿਆਹੀ ਹੋਈ ਸੀ। ਉਹ ਵੀ ਆਪਣੇ ਪੇਕਿਆਂ ਦੀ ਬੋਲੀ ਬੋਲਣ ਲੱਗ ਪਈ ਜਦੋਂ ਉਹਦੇ ਗੁਰੂ ਨੇ ਜਿੱਦ ਕੀਤੀ ਹੈ। ਸਿੱਖ ਕਹੈ ਹਮ ਆਦ ਪਾਹੁਲ ਖੰਡੇ। ਸਿੱਖ ਕਹਿੰਦਾ ਕਿ ਅਸੀਂ ਮੁੱਢ ਤੋਂ ਹੀ ਖੰਡੇ ਦੀ ਪਹੁਲ ਲਈ ਹੋਈ ਹੈ। ਅਸੀਂ ਤਾਂ ਪਹਿਲਾਂ ਹੀ ਅੰਮ੍ਰਿਤਧਾਰੀ ਹਾਂ। ਜਿਹਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੋਇਆ ਉਹਨੂੰ ਕਿਸੇ ਦੇ ਵੀ ਪੈਰ ਧੋ ਕੇ ਪੀਣ ਦੀ ਲੋੜ ਨਹੀਂ ਹੈ, ਕਿਉਂਕਿ ਆਪਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਹੋਇਆ ਹੈ। ਕਿ ਮੈਂ ਮੁੜੈ ਹਮ ਸਤਿਗੁਰ ਚੰਡੇ। ਤਿੰਨ ਕੋ ਕਿਆ ਉਪਦੇਸੀ ਹੈ ਜਿਨ ਗੁਰੂ ਨਾਨਕ ਦੇਵ। ਜਿਨ੍ਹਾਂ ਦਾ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਖੁਦ ਆਪ ਹੈ ਮਹਾਰਾਜ, ਉਹਨਾਂ ਨੂੰ ਭਲਾ ਕੌਣ ਉਪਦੇਸ਼ ਦੇ ਸਕਦਾ? ਕੋਈ ਨਹੀਂ ਦੇ ਸਕਦਾ। ਅਸੀਂ ਤਾਂ ਸਤਿਗੁਰੂ ਕਲਗੀਆਂ ਵਾਲੇ ਦੇ ਚੰਡੇ ਹੋਏ ਹਾਂ। ਅਸੀਂ ਕਿਵੇਂ ਗੁਰੂ ਸਾਹਿਬ ਜੀ ਤੋਂ ਬੇਮੁਖ ਹੋ ਜਾਈਏ? ਸਿੱਖੀ ਤੇ ਸਿੱਖੀ ਟਿਕਦੀ ਨਹੀਂ। ਤੇ ਜਿਹੜਾ ਪਹਿਲਾ ਪੇਂਟ ਕੀਤਾ ਹੋਇਆ ਭਾਵੇਂ ਉਹ ਪੁਰਾਣਾ ਵੀ ਹੋ ਜਾਏ ਉਹਨੂੰ ਲਾਉਣਾ ਪੈਂਦਾ ਹੈ। ਖਰੋਚ ਖਰੋਚ ਕੇ ਲਾ ਲੂ ਕੇ ਫਿਰ ਨਵਾਂ ਪੇਂਟ ਪ੍ਰਾਈਮਰ ਪ੍ਰੂਮਰ ਮਾਰ ਕੇ ਚੰਗੀ ਤਰ੍ਹਾਂ ਸਾਫ ਸੁਫ ਕਰਕੇ ਫਿਰ ਨਵਾਂ ਪੇਂਟ ਡਿੱਗਦਾ ਹੈ। ਤੇ ਜੇ ਕਹੀਏ ਵੀ ਉਸ ਤਰ੍ਹਾਂ ਹੀ ਕਰ ਦਿਓ ਫਿਰ ਕੋਈ ਫਾਇਦਾ ਨਹੀਂ ਹੁੰਦਾ। ਵੇਖਣ ਨੂੰ ਤਾਂ ਜਾਪਦਾ ਵੀ ਨਵਾਂ ਹੋ ਗਿਆ ਤੇ ਪਰ ਉਹਦਾ ਲਾਭ ਕੋਈ ਇੰਨਾ ਨਹੀਂ ਮਿਲਦਾ। ਕਹਿਣ ਲੱਗਾ ਮੈਂ ਸਿੱਖੀ ਨੂੰ ਪਿੱਠ ਕਿਵੇਂ ਦੇ ਸਕਦਾ ਹਾਂ। ਤ੍ਰਿਆ ਕਹੈ ਮੋਲਿਆਏ ਪੇਕੇ। ਸਿੱਖ ਦੀ ਇਸਤਰੀ ਕਹਿਣ ਲੱਗੀ ਮੇਰੇ ਪੇਕੇ ਲਿਆਏ ਨੇ ਆਪਦੇ ਗੁਰੂ ਨੂੰ ਤੇ ਤੂੰ ਉਹਨਾਂ ਦਾ ਸਿੱਖ ਬਣ ਜਾ। ਹਮ ਚਾਹੀ ਆਏ ਉਹਨੇ ਅੱਗਾ ਮੱਥਾ ਟੇਕੇ। ਸਾਨੂੰ ਚਾਹੀਦਾ ਕਿ ਅਸੀਂ ਉਸ ਗੁਰੂ ਨੂੰ ਮੱਥਾ ਟੇਕੀਏ ਜੋ ਸਾਡੇ ਪੇਕਿਆਂ ਤੋਂ ਆਇਆ ਹੋਇਆ ਹੈ। ਨਹੀਂ ਤਾਂ ਮੈਂ ਮਰ ਇਹਾਂ ਰਹੂੰਗਾ। ਜੇ ਤੂੰ ਗੰਗੂਸ਼ਾਹੀਆ ਦਾ ਸਿੱਖ ਨਹੀਂ ਬਣਦਾ ਤਾਂ ਮੈਂ ਹੁਣੇ ਹੀ ਮਰਦੀ ਹਾਂ ਅਤੇ ਮਰ ਕੇ ਪ੍ਰੇਤ ਬਣ ਕੇ ਇੱਥੇ ਹੀ ਰਹਾਂਗੀ ਤੇ ਤੈਨੂੰ ਦੁਖੀ ਪਰੇਸ਼ਾਨ ਕਰਾਂਗੀ। ਵੇਖੋ ਕਿਆ ਸੋਹਣੀ ਧਮਕੀ ਹੈ। ਕੀਤਾ ਕਰਾਇਆ ਸਭ ਬਿਥਾਰ ਸੋ ਦੇਊਂਗਾ। ਜੇ ਜੋੜਾ ਵੀ ਕੀਤਾ ਕਰਾਇਆ ਜੋ ਲੰਗਰ ਪਾਣੀ ਬਣਿਆ ਬਣਾਇਆ ਹੈ ਸਭ ਵਿਅਰਥ ਚਲਿਆ ਜਾਏਗਾ। ਸਭ ਕੁਝ ਮੈਂ ਤੇ ਖੰਡਾ ਦਿਆਂਗੀ। ਤ੍ਰਿਆਈ ਤ੍ਰਿਆ ਕੇ ਹਾਠਾ। ਇਸਤਰੀਆਂ ਦਾ ਹੱਠ ਹੁੰਦਾ ਭਾਵ ਜੇ ਜਿੱਦ ਬਣ ਲੈਣ ਦਾ ਪਿੱਛੇ ਨਹੀਂ ਮੁੜਦੀਆਂ। ਭਾਈ ਰਤਨ ਸਿੰਘ ਜੀ ਕਹਿੰਦੇ ਕਿ ਇਸਤਰੀਆਂ ਵਾਲੇ ਹੱਠ ਤੇ ਆ ਕੇ ਲੱਕ ਬੰਨ ਲਿਆ ਉਸ ਬੀਬੀ ਨੇ। ਭਾਈ ਸਿੱਖ ਕੋ ਔਖੀ ਸਾਟਾ। ਹੁਣ ਸਿੱਖ ਫਸ ਗਿਆ। ਉਹ ਘਰ ਵਾਲੀ ਹੈ, ਉਧਰ ਸਹੁਰੇ ਨੇ, ਇੱਧਰ ਗੁਰੂ ਕੀ ਸੰਗਤ ਖੜੀ ਹੈ। ਹੁਣ ਸਿੱਖ ਜਾਵੇ ਤੇ ਜਾਵੇ ਕਿਧਰ ਨੂੰ? ਸਿੱਖ ਨੂੰ ਔਖੀ ਕਸਵੱਟੀ ਤੇ ਮਹਾਰਾਜ ਨੇ ਕੱਸਿਆ। ਜਿਵੇਂ ਸਰਪ ਜਗ ਚੁੰਦਰ ਭਾਰੈ। ਚੂਹੀ ਵਰਗੀ ਸ਼ਕਲ ਵਾਲਾ ਇੱਕ ਜਾਨਵਰ ਹੈ ਚਕੁੰਦਰ। ਜਿਵੇਂ ਸੱਪ ਭੁਲੇਖੇ ਨਾਲ ਚਕੁੰਦਰ ਨੂੰ ਫੜ ਲਵੇ, ਇਹ ਚੂਹੇ ਦੇ ਨਾਲੋਂ ਥੋੜੀ ਸੁਸਤ ਜੂਨੀ ਹੁੰਦੀ ਹੈ। ਛੱਡੈ ਲੱਜਾਇਓ ਖਾਏ ਅੰਧ ਮਾਰੈ। ਸੱਪ ਜੇ ਚਕੁੰਦਰ ਨੂੰ ਫੜ ਲਵੇ, ਜੇ ਤਾਂ ਛੱਡਦਾ ਤਾਂ ਲੱਜਿਆ ਹੁੰਦੀ ਹੈ ਕਿ ਐਡਾ ਸੱਪ ਕਾ ਹੁੰਦਾ ਸੀ, ਸ਼ਿਕਾਰ ਮਾਰ ਨਹੀਂ ਸਕਿਆ। ਸ਼ਿਕਾਰ ਗਿਆ ਜੇ ਖਾਂਦਾ ਹੈ ਤਾਂ ਸੱਪ ਅੰਨਾ ਹੋ ਜਾਂਦਾ ਹੈ, ਕੋੜ ਹੋ ਜਾਂਦਾ ਹੈ, ਉਹਨੂੰ ਤੇ ਉਹ ਮਰ ਜਾਂਦਾ ਹੈ। ਜਿਵੇਂ ਸੱਪ ਦੇ ਮੂੰਹ 'ਚ ਚਕੁੰਦਰ ਰਹਿ ਜਾਏ, ਨਾ ਤਾਂ ਉਹਨੂੰ ਛੱਡ ਸਕਦਾ ਨਾ ਹੀ ਖਾ ਸਕਦਾ। ਖਾਵੇ ਤਾਂ ਕੋੜੀ, ਛੱਡੇ ਤਾਂ ਕੁੱਲ ਨੂੰ ਲਾਜ ਆਉਂਦੀ ਹੈ। ਇਹ ਗੱਲ ਹੋ ਗਈ ਸੱਪ ਵਾਲੀ। ਉਹ ਸਿੱਖ
करे तां करे क्या। ससुरा पे उसे मही का है। सिख दा सहुरा जो गंगू शाहिया सी वो भी इउं ही आखे कि भाई तैनू साडे गुरु दी चरण पौल लैनी पैनी है। ले चरण पौल तो हम इतरा है। अखीर ते आ गई गल, कहंदा जे तू साडे गुरु तो चरण पौल लवेंगा तां असीं इत्थे रहांगे, नहीं तां असीं जांदे आ, तेरा साडा रिश्ता खत्म हो जाएगा। भाई सिख कोई औखी गल, गुरसिख नू बड़ी औखी गल बनी है। करी भली थी भई बेबल। गल तां आपदे वल्लों चंगी कीती सी कि संगत आवेगी, अरदास करवावांगे भी मुंडा होवे, साडा भला हो जाए। ये गल हुण उल्टी गल बन गई है। तब खालसे को गुस्सा आया। तां भाई मेहर सिंह जो 10 कुछ ਸਿੰਘਾਂ ਦੇ ਨਾਲ ਆਇਆ ਸੀ, ਉਹ ਖਾਲਸਾ ਰੂਪ ਸਨ। ਇਹਨਾਂ ਨੂੰ ਗੁੱਸਾ ਆ ਗਿਆ ਕਿ ਸਾਡੇ ਅੰਮ੍ਰਿਤਧਾਰੀ ਸਿੰਘ ਨੂੰ ਇਹਨਾਂ ਕਿੱਥੇ ਫਸਾਇਆ ਹੈ। ਇਹਨਾਂ ਮਨਮਤੀਆਂ ਲੋਕਾਂ ਨੇ ਉਹਨੂੰ ਦੁਬਧਾ 'ਚ ਪਾ ਦਿੱਤਾ। ਚੰਗੇ ਭਲੇ ਭੋਲੇ ਭਾਲੇ ਗੁਰਸਿੱਖ ਨੂੰ ਬਾਦ ਕਮਰ ਸਾਜ ਲੜਨ ਬਨਾਇਆ। ਇਹਨਾਂ 10 ਦੇ 10 ਸਿੰਘਾਂ ਨੇ ਲੱਕ ਬੰਨ ਲਿਆ, ਸ਼ਸਤਰ ਸਜਾ ਲਏ। ਇਹਨਾਂ ਨੇ ਕਿਹਾ ਕਿ ਹੁਣ ਲੜੇ ਬਿਨਾ ਬਣਦੀ ਨਹੀਂ ਗੱਲ, ਹੁਣ ਲੜ ਕੇ ਮਰ ਕੇ ਗੱਲ ਨਿਬੜ ਲੇਗੀ। ਇਹ ਤੁਸੀਂ ਪਖੰਡ ਕਿਉਂ ਰਚਾਇਆ, ਸਿੱਖ ਨੂੰ ਤੁਸੀਂ ਫਸਾ ਲਿਆ ਕਸੂਤਾ। आओ इधर मैदान दे वे साडे नाल निबड़ के वेखो। गुरसिख शस्त्र बन के तैयार हो के मैदान में खड़े हो गए। जो जीवै सो सिख करावै। कहावै बस इत्थे हुण गल आके निबड़ी है। कहंदे जिहड़ा जिउंदा रहेगा वो इस नूं सिख बना लवेगा, सिख करावै। सो ਜਿਹੜਾ ਜਿਉਂਦਾ ਰਹੇਗਾ ਉਹਨੂੰ ਇਹ ਸਿੱਖ ਕਰਾ ਲਵੇਗਾ। ਜਿਹੜਾ ਤਲਵਾਰ ਪੇੜ ਹੋ ਗਿਆ ਉਹ ਕਾਹਦਾ ਸਿੱਖ ਬਣਾਏਗਾ। ਇਉਂ ਤਤ ਖਾਲਸੇ ਵਾਲੇ ਰੂਪ ਨੂੰ ਉਹਨਾਂ ਨੇ ਧਾਰਨ ਕਰ ਲਿਆ। ਜੋ ਮਾਰੇ ਕਿਆ ਪਾਹੁਲ ਦਿਵਾਵੈ। ਜਿਹੜਾ ਮੈਦਾਨ ਵਿੱਚ ਮਾਰਿਆ ਹੀ ਗਿਆ ਕੀ ਪਾਹੁਲ ਪਿਆਏਗਾ ਇਹਨਾਂ ਨੂੰ। ਹਮਾਰਾ ਤੁਮਰਾ ਇਹੀ ਕਰਾਰ। ਬਸ ਸਾਡਾ ਤੁਹਾਡਾ ਇਹੀ ਇਕਰਾਰ ਹੈ। ਹੁਣ ਮੈਦਾਨ ਵਿੱਚ ਆਓ, ਜਿਹੜਾ ਜਿਉਂਦਾ ਰਹੇ ਉਹ ਸਿੱਖ ਬਣਾ ਲਏਗਾ। ਮਤਲਬ ਜੇ ਤਾਂ ਤੁਹਾਡਾ ਗੁਰੂ ਜਿਉਂਦਾ ਰਹਿ ਗਿਆ ਤੇ ਫਿਰ ਸਾਨੂੰ ਸਿੱਖ ਬਣਾ ਲਏ, ਤੇ ਜੇ ਅਸੀਂ ਜਿਉਂਦੇ ਰਹਿ ਗਏ ਤੇ ਫਿਰ ਅਸੀਂ ਅੰਮ੍ਰਿਤ ਛਕਾਵਾਂਗੇ। ਹਮ ਆਏ ਤੁਮ ਕਰੋ ਸੰਭਾਰ। ਸਿੰਘਾਂ ਨੇ ਲਲਕਾਰਾ ਮਾਰ ਦਿੱਤਾ ਕਿ ਅਸੀਂ ਆਏ ਹਾਂ ਸ਼ਸਤਰ ਲੈ ਕੇ, ਤੁਸੀਂ ਆਪਣੇ ਆਪ ਨੂੰ ਸੰਭਾਲਿਓ। ਹੁਣ ਫਿਰ ਨਾ ਆਖਿਓ ਵੀ ਦੱਸਿਆ ਨਹੀਂ, ਅਸੀਂ ਆਏ ਹਾਂ। ਟੁੱਟ ਕੇ ਪੈਰ ਨੂੰ ਤਿਆਰ ਹੋ ਗਏ। ਦੋਹਰਾਏ ਤੇ ਸੁਨ ਸਸੁਰੈ ਨਾਠੇ। ਹੱਲੇ ਦਾ ਨਾਮ ਸੁਣਦਿਆਂ ਸਾਰੀ ਸਿੱਖ ਕਹਿੰਦੇ ਵੀ ਅਸੀਂ ਆਏ ਹਾਂ ਤੇ ਕਾਇਮ ਹੋ ਜਾਓ ਅੱਗੇ। ਇਹ ਗੱਲ ਸੁਣਦੇ ਸਾਰੀ ਸਿੱਖ ਦੇ ਜੋ ਸਹੁਰੇ ਸਨ ਉਹ ਤਾਂ ਗਏ ਭੱਜ, ਤੇ ਨਾਲ ਹੀ ਆਪਣੇ ਜਿਹੜੇ ਗੰਗੂ ਸ਼ਾਹੀਏ ਨਲਿਓ ਖੜਕ ਸਿੰਘ ਚੜਾਏ। ਖੜਕ ਸਿੰਘ ਗੁਰੂ ਨੂੰ ਚੜਾ ਲਿਆ ਵੀ ਨੱਠੋ ਇਥੋਂ, ਕੀ ਲੈਣਾ ਬੱਲੇ ਬੱਲੇ ਚੋਂ। ਇਹ ਮਾਰ ਦੇਣਗੇ ਸਿੰਘ ਜਿਹੜੇ ਤਿਆਰ ਹੋ ਗਏ ਨੇ। ਹੋ ਜਾਏ ਮਿਹਰ ਸਿੰਘ ਅੱਗੇ ਖੜਿਓ। ਹੁਣ ਮਿਹਰ ਸਿੰਘ ਤਿਆਰ ਹੋਇਆ ਬੈਠਾ ਸੀਗਾ, ਇਹਨੇ ਅੱਗੋਂ ਘੇਰ ਲਏ ਜਾ ਕੇ, ਕਹਿੰਦਾ ਵੀ ਹੁਣ ਨਹੀਂ ਗੱਲ ਬਣਦੀ, ਹੁਣ ਜਾਂ ਲੜੋ ਤੇ ਮਰੇ ਬਿਨਾ ਮੈਂ ਜਾਨ ਨਹੀਂ ਦਿੰਦਾ ਤੁਹਾਨੂੰ। ਹੁਣ ਭੱਜ ਕੇ ਨਾ ਜਾਵੋ, ਭਜੇ ਨਹੀਂ ਦਿਆਂਗਾ। ਨਹਿ ਲੜੇ ਬਿਨਾ ਨੱਠ ਜਾਏ। ਹੁਣ ਮੈਂ ਨਹੀਂ ਜਾਣ ਦੇਣਾ ਤੁਹਾਨੂੰ। ਇਸ ਤਰ੍ਹਾਂ ਘੇਰਾ ਪਾ ਕੇ ਖੜੋ ਗਿਆ ਭਾਈ ਮਿਹਰ ਸਿੰਘ ਅੱਗੇ ਕਿ ਤੁਸੀਂ ਭੱਜ ਨਹੀਂ ਸਕਦੇ। ਚੌ ਪਾਈ ਫੜ ਸ਼ਮਸ਼ੇਰ ਸਿੰਘ ਗਏ ਖਲੋਏ। ਤੇਗਾਂ ਫੜ ਕੇ ਸਿੰਘ ਅੱਗਾ ਰੋ ਕੇ ਖੜੇ ਹੋ ਗਏ ਹਨ। ਉਹ ਪਖੰਡੀ ਗੁਰੂ ਨੂੰ ਘੇਰਾ ਪਾ ਲਿਆ। ਖੜਕ ਸਿੰਘ ਮੁੜ ਵੜਿਓ ਤੋਏ। ਖੜਕ ਸਿੰਘ ਫਿਰ ਘਰੇ ਆ ਵੜਿਆ ਭੱਜ ਕਰਕੇ ਕਿ ਇਹ ਤਾਂ ਮਾਰਦੇ ਨੇ ਮੈਨੂੰ,
ਨਿਕਲ ਨਹੀਂ ਦਿੰਦੇ ਪਿੰਡ ਵਿੱਚੋਂ। ਸਿੰਘ ਏਕਾ ਇੱਕੀ ਕੇ ਬਿਨ ਹੋਏ। ਸਿੰਘਾਂ ਨੇ ਲਲਕਾਰਾ ਕਰ ਦਿੱਤਾ ਕਿ ਅੱਜ ਇੱਕ ਬੰਨੇ ਲਾ ਕੇ ਛੱਡਣੀ ਹੈ ਗੱਲ। ਜਦੋਂ ਤੱਕ ਇੱਕ ਦੋ ਇੱਕ ਨਹੀਂ ਹੋ ਜਾਂਦੇ ਉਹਨਾਂ ਚਿਰ ਸਾਡਾ ਕੋਈ ਲਿਹਾਜ਼ ਨਹੀਂ। ਤੁਹਾਡੇ ਨਾਲ ਅਸੀਂ ਨਹੀਂ ਛੱਡਣਾ, ਨਾ ਭੱਜਣ ਦੇਣਾ ਹੈ। ਰਹਿ ਕੈਸੇ ਲੜ ਜੀਵਤ ਦੋਏ। ਭਾਈ ਰਤਨ ਸਿੰਘ ਜੀ ਕਹਿੰਦੇ ਕਿ ਜਦੋਂ ਲੜਾਈ ਹੋ ਪਈ ਫਿਰ ਕੌਣ ਜਿੰਦਾ ਰਹੇ ਕੌਣ ਮਰੇ ਕੀ ਪਤਾ ਲੱਗਦਾ ਲੜਾਈ ਦੇ ਵਿੱਚ। ਸਸੁਰਾਰੀਆਂ ਕੈ ਮੁਖ ਭਏ ਪੀਲੇ। ਸਿੰਘਾਂ ਨੂੰ ਲਾਲੀਆਂ ਚੜੀਆਂ, ਗੰਗੂ ਸ਼ਾਹੀ ਤੇ ਸਹੁਰਿਆਂ ਦੇ ਮੂੰਹ ਪੀਲੇ ਹੋ ਗਏ। ਪਾਉਣ ਲੱਗੇ ਸੱਦ ਵਿੱਚ ਵਸੀਲੇ। ਉਹਨਾਂ ਹੋਰਾਂ ਨੂੰ ਸੱਦ ਸੱਦ ਕੇ ਵਿੱਚ ਵਸੀਲੇ ਪਾਉਣ ਲੱਗੇ ਕਿ ਹਟਾਓ, ਕਿਵੇਂ ਹਟਦੀ ਆ ਲੜਾਈ, ਕੋਈ ਫੈਸਲਾ ਕਰ ਲਵੋ ਜਿਸ ਕਰਕੇ ਬਚ ਰਹੀਏ, ਜਾਨਾਂ ਸਾਡੀਆਂ ਬਚ ਜਾਣ। ਸਿੰਘ ਕਹੈ ਹਮ ਛੱਡ ਨ ਜਾਵੈ। ਸਿੰਘ ਕਹਿੰਦੇ ਹੁਣ ਕੁਛ ਮਰਜ਼ੀ ਕਰ ਲਓ, ਹੁਣ ਜਿਉਂਦਿਆਂ ਨੂੰ ਨਹੀਂ ਅਸੀਂ ਜਾਣ ਦਿੰਦੇ, ਹੁਣ ਛੱਡ ਕੇ ਜਾਣਾ ਹੀ ਨਹੀਂ, ਫੈਸਲਾ ਇੱਕ ਬੰਨੇ ਕਰ ਜਾਣਾ ਹੈ। ਹਮ ਦੇਖਤ ਕਿਤ ਮੰਜੀਆਂ ਲਾਵੈ। ਅਸੀਂ ਇਹ ਵੀ ਵੇਖਾਂਗੇ ਕਿ ਕਿਵੇਂ ਮੰਜੀ ਲਾਉਣਗੇ ਹੁਣ ਗੁਰੂ ਸਾਹਿਬ ਦੇ ਬਰਾਬਰ। ਤੁਹਾਡੇ ਵੱਡੇ ਵਡੇਰਿਆਂ ਨੂੰ ਮੰਜੀ ਦਿੱਤੀ ਹੈ, ਤੁਹਾਨੂੰ ਤਾਂ ਨਹੀਂ ਦਿੱਤੀ ਗੁਰੂ ਸਾਹਿਬ ਨੇ ਨਾ। ਵੱਡ ਵਡੇਰੇ ਕਰਨੀ ਵਾਲੇ ਹੋਏ, ਉਹਨਾਂ ਸੇਵਾ ਕੀਤੀ ਤੇ ਤੁਸੀਂ ਤਾਂ ਨਿਰਾ ਪੂਰਾ ਪਖੰਡੀ ਖਿਲਾਰ ਰਹੇ ਹੋ। ਇਉਂ ਸਿੰਘ ਆਖਿਆ ਵੀ ਹੁਣ ਅਸੀਂ ਤੁਹਾਡੀ ਮੰਜੀ ਦਾ ਵੀ ਨਿਬੇੜਾ ਹੁਣੇ ਹੀ ਕਰ ਦਿੰਦੇ ਆ। ਤੁਸੀਂ ਜਿਹੜੇ ਗੁਰੂ ਕਹਾਉਂਦੇ ਫਿਰਦੇ ਹੋ, ਅੱਗੇ ਤੋਂ ਸਾਡੇ ਵੇਖਦਿਆਂ ਤੋਂ ਕੋਈ ਮੰਜੀ ਲਾ ਕੇ ਨਹੀਂ ਬੈਠੇਗਾ। ਦੋਹਰਾ ਤਬੇ ਵਕੀਲਾਂ ਆ ਕਹਿਓ। ਸਿਆਣੇ ਸਿਆਣੇ ਲੋਕ ਵਿੱਚ ਵਕੀਲ ਬਣੇ, ਭਾਵ ਸਲਾਹਕੁਨ ਆਦਮੀ ਅੱਗੇ ਆਏ। ਉਹਨਾਂ ਨੇ ਦੋਹਾਂ ਅੱਗੇ ਆ ਕੇ ਬੇਨਤੀ ਕੀਤੀ ਕਿ ਖਾਲਸਾ ਜੀ ਕਿਉਂ ਝਗੜਾ ਨਾ ਕਰੋ, ਤਮਈ ਹਾ ਸ਼ਾਂਤ ਵਰਤਾਓ। ਤੁਸੀਂ ਇੱਥੇ ਸ਼ਾਂਤੀ ਵਰਤਾ ਦਿਓ। ਸਿੱਖ ਦੇ ਘਰ ਵਿੱਚ ਲੰਗਰ ਤਿਆਰ ਹੈ, ਖੁਸ਼ੀਆਂ ਵਾਸਤੇ ਆਏ ਆ, ਇੱਥੋਂ ਲੜਾਈ ਕਰਾਂਗੇ ਤੇ ਮਾਰੇ ਜਾਣਗੇ। ਤੋ ਇਸ ਲਈ ਪ੍ਰਸ਼ਾਦਾ ਛਕਣ ਵੇਲੇ ਤਾਂ ਬਿਲਕੁਲ ਹੀ ਲੜਨਾ ਨਹੀਂ ਚਾਹੀਦਾ ਹੈ। ਅਸਲ 'ਚ ਪਹਿਲਾਂ ਤਾਂ ਕਲੇ ਉਹਨਾਂ ਖੜੀ ਕੀਤੀ ਆ। ਖਾਲਸਾ ਤਾਂ ਰੋਟੀ ਖਾਣ ਹੀ ਆਇਆ ਸੀਗਾ ਤੇ ਉਹਨੇ ਦੇ ਆਪਦੇ ਮਾਨਦਾਨ ਨਾਲ ਬੁਲਾਇਓ, ਕਹਿੰਦਾ ਵੀ ਮੈਂ ਤਾਂ ਖਾਊਂਗਾ ਜੇ ਚਰਨ ਪੌਲ ਲਓਗੇ। ਝਗੜਾ ਤਾਂ ਇਹਨਾਂ ਨੇ ਪਹਿਲਾਂ ਖੜਾ ਕੀਤਾ ਹੈ। ਔਰ ਜਗਾ ਤੁਮ ਜਾਏਗਾ। ਕਿਸੇ ਹੋਰ ਜਗ੍ਹਾ ਤੇ ਜਾ ਕੇ ਤੁਸੀਂ ਇੱਕ ਦੋ ਇੱਕ ਕਰਾਓ। ਇੱਕਾ ਕੀ ਕਰੋ, ਭਾਵ ਆਪ ਆਪਣੀ ਤਾਕਤ ਅਜ਼ਮਾਈ ਕਰ ਲੈਣੀ, ਕਟਾ ਵੱਡੀ ਕੱਢ ਲਿਓ। ਹੁਣ ਇੱਥੇ ਸ਼ਾਂਤ ਕਰਨਾ ਕਰੋ, ਸ਼ਾਂਤੀ ਰਖਵਾਓ। ਸਿੱਖਾ ਸਿੱਖਾਂ ਨਾ ਏਕਾ ਕੀਏ। ਉਹ ਸਿੱਖ ਨੇ ਤਾਂ ਹੋਰ ਸਿੱਖਾਂ ਨੇ ਏਕਾ ਕਰਕੇ ਕਾਲੇ ਮਦਈ ਠਹਿਰਾਏ। ਨਗਰ ਦੇ ਪੰਚਾਇਤ ਦੇ ਹੋਰ ਜਿਹੜੇ ਆਏ ਸਨ ਰਿਸ਼ਤੇਦਾਰ, ਉਹਨਾਂ ਸਿਆਣਿਆਂ ਨੇ ਏਕਾ ਕਰਕੇ ਗੁਰਮਤਾ ਕਰ ਲਿਆ। ਉਹਨਾਂ ਨੇ ਇਸ ਤਰ੍ਹਾਂ ਗੱਲ ਠਹਿਰਾ ਲਈ, ਇਸ ਗੱਲ ਤੇ ਫੈਸਲਾ ਪੱਕਾ ਕਰ ਲਿਆ। ਜੋ ਐਨ ਕੋ ਪੁੱਤਰ ਦਾਏ। ਗੱਲ ਤਾਂ ਸੀ ਮੁੰਡੇ ਦੀ, ਮਤਲਬ ਰੋਟੀ ਖਵਾਉਣੀ ਹੈ, ਸਿੱਖ ਸਿੱਖਣੀ ਨੇ ਕਾਹਦੇ ਲਈ ਵੀ ਸਾਡੇ ਘਰ ਮੁੰਡਾ ਹੋਵੇ। ਮੁੱਕਦੀ ਗੱਲ ਮੁੰਡੇ ਤੇ। ਜਿਹੜਾ ਵੀ ਇਹ ਸਿੱਖ ਨੂੰ ਪੁੱਤਰ ਦੀ ਲੋੜ ਹੈ ਤੇ ਪੁੱਤਰ ਦੇਣ ਦੀ ਗੱਲ ਹੈ ਤੇ ਜੋ ਇਹਨਾਂ ਦੀ ਗੱਲ ਪੂਰੀ ਕਰ ਦੇਵੇ ਸੋ ਉਹਦੇ ਮਗਰ ਹੀ ਲੱਗ ਜਾਏਗਾ। ਤੁਸੀਂ ਮਰਨ ਦੀਆਂ ਤਿਆਰੀਆਂ ਕਰ ਲਈਆਂ ਨੇ। ਸੋ ਐਨ ਸਿੱਖ ਕਰਾਏ। ਕਿਉਂ ਰੱਖੋ ਫੈਸਲਾ ਗੰਗੂ ਸ਼ਾਹੀਆਂ ਜਾਂ ਤਤ ਖਾਲਸੇ ਦਾ। ਜਿਹੜਾ ਸਿੱਖ ਨੂੰ ਪੁੱਤਰ ਦੇਵੇ ਉਹਨਾਂ ਨੂੰ ਆਪਦਾ ਸਿੱਖ ਬਣਾ ਲਏ। ਸਿੱਧੀ ਜੀ ਗੱਲ ਹੈ, ਝਗੜਾ ਕਿਉਂ ਕਰਦੇ ਹੋ। ਚਾਉ ਪਾਈ ਗੰਗਿਆਂ ਨੇ ਮਹੀ ਮਨ ਲਾਈ। ਗੰਗੂ ਸ਼ਾਹੀਆਂ ਦੀ ਜਾਨ ਕੁੜਕੀ ਵਿੱਚ ਆਈ ਹੋਈ ਸੀ, ਉਹਨਾਂ ਨੇ ਇਸੇ ਤਰ੍ਹਾਂ ਹੀ ਮੰਨ ਲਿਆ ਵੀ ਠੀਕ ਹੈ। ਚਾਹੇ ਜਾਨ ਬਚਾਵਨ ਵਕਤ ਟਲਾਈ। ਉਹ ਚਾਹੁੰਦੇ ਨੇ ਕਿ ਵਕਤ ਟਲ ਜਾਵੇ, ਇੱਕ ਵਾਰੀ ਜਾਨ ਬਚ ਜਾਏ, ਕਿਉਂਕਿ ਉਹ ਨੰਗੀਆਂ ਤਲਵਾਰਾਂ ਕੱਢੀ ਖੜੇ ਨੇ ਖਾਲਸੇ।
ਕਿ ਅਸੀਂ ਤਾਂ ਝਟਕਾ ਹੀ ਦੇਣਾ, ਤੁਹਾਨੂੰ ਜਾਣ ਨਹੀਂ ਦੇਣਾ। ਹੁਣ ਕਿਵੇਂ ਬਣੇ? ਜਿੰਨਾ ਚਿਰ ਸੁਲ੍ਹਾ ਨਹੀਂ ਕਰਦੇ ਉਹਨਾਂ ਚਿਰ ਬਚਾ ਨਹੀਂ ਹੁੰਦਾ। ਪਰਸ ਅੰਦਰ ਹਮ ਇਸ ਸੁੱਤ ਦਿਵਾਵੈ। ਗੰਗੂ ਸ਼ਾਹੀਏ ਕਹਿਣ ਲੱਗੇ ਕਿ ਸਾਨੂੰ ਪ੍ਰਵਾਣੇ ਗੱਲ ਕਿ ਅਸੀਂ 1 ਸਾਲ ਦੇ ਅੰਦਰ ਇਹਨੂੰ ਪਰਮਾਤਮਾ ਤੋਂ ਪੁੱਤਰ ਦਵਾਵਾਂਗੇ। ਇਸੇ ਦਿਵਸ ਆਪਾਹੁਲ ਪਿਲਾਵੈ। ਤੇ ਸਾਡੇ ਹੱਥ ਜੋੜੇ ਹੁਣ ਸਾਨੂੰ ਜਾਣ ਦਿਓ। 1 ਸਾਲ ਬਾਅਦ ਜਦ ਸਾਡੇ ਆ ਕੇ ਇਹਨਾਂ ਨੂੰ ਪੁੱਤਰ ਮਿਲ ਗਿਆ ਤੇ ਇਸੇ ਦਿਨ ਦੇ ਆ ਜਿਹੜੀ ਤਰੀਕ ਹੈ ਇਸ ਦਿਨ ਅਸੀਂ ਆਵਾਂਗੇ ਤੇ ਆ ਕੇ ਸਿੱਖ ਨੂੰ ਅਸੀਂ ਮੁੜ ਚਰਨ ਪੋਲ ਦੇਵਾਂਗੇ ਤੇ ਆਪ ਦਾ ਦਸਵੰਧ ਲਵਾਂਗੇ। ਤਬ ਸਿੰਘਨ ਸੋਪੀ ਮਨ ਲਾਈ। ਤਾਂ ਸਿੰਘਾਂ ਨੇ ਇਹ ਵੀ ਗੱਲ ਉਹਨਾਂ ਦੀ ਪ੍ਰਵਾਨ ਕਰ ਲਈ ਕਿ ਠੀਕ ਹੈ, ਸਾਨੂੰ ਪ੍ਰਵਾਨ ਹੈ। ਜੇ ਇਸ ਗੱਲ ਤੇ ਫੈਸਲਾ ਹੁੰਦਾ ਤਾਂ ਸਾਨੂੰ ਪ੍ਰਵਾਨ ਹੈ। ਓਨ ਤੈ ਲਿਖਾਏ ਸੋ ਲਈ। ਕਹਿੰਦੇ ਬਈ ਲਿਖਾ ਲਓ ਇੱਥੇ ਗੰਗੂ ਸ਼ਾਹੀਏ ਸਾਲ ਅੰਦਰ ਪੁੱਤਰ ਦੇਣਗੇ। ਕਹਿੰਦੇ ਇੱਥੇ ਲਿਖ ਦਿਓ ਆਪ ਦੀ ਕਲਮ ਨਾਲ। ਜੇ ਸਾਲ ਮਗਰੋਂ ਪੁੱਤਰ ਹੋਵੇ ਤਾਂ ਸਮਝਾਂਗੇ ਕਿ ਗੰਗੂ ਸ਼ਾਹੀਆਂ ਦਾ ਦਿੱਤਾ ਹੋਇਆ ਹੈ। ਇਹ ਆ ਕੇ ਸਿੱਖ ਬਣਾ ਲਏ ਆਪ ਦਾ, ਅਸੀਂ ਇਹਦੇ ਨਾਲ ਝਗੜਾ ਨਹੀਂ ਕਰਾਂਗੇ। ਬਹੁਰ ਸਿੰਘ ਨੇ ਬਚਨ ਉਚਾਰੇ। ਫਿਰ ਸਿੰਘਾਂ ਨੇ ਇਸ ਤਰ੍ਹਾਂ ਆਪ ਦਾ ਬਚਨ ਉਚਾਰਿਆ। ਸੁਨੋ ਬਚਨ ਗੁਰ ਸਿੱਖ ਪਿਆਰੇ। ਕਹਿੰਦੇ ਗੁਰ ਸਿੱਖੋ ਪਿਆਰਿਓ ਸਾਡਾ ਵੀ ਬਚਨ ਸੁਣੋ। ਐਨ ਕਹਿਓ ਦਇਓ ਪੁੱਤਰ ਪੁਕਾਰੇ। ਇਸ ਸਿੱਖ ਨੇ ਪੁੱਤਰ ਵਾਸਤੇ ਪੁਕਾਰ ਕੀਤੀ ਹੈ ਕਿ ਮੈਨੂੰ ਪੁੱਤਰ ਦਿਓ। ਅਸੀਂ ਉਹਨੂੰ ਆਪਣਾ ਗੁਰੂ ਮੰਨਾਂਗੇ, ਉਸੇ ਦੀ ਪੂਜਾ ਕਰਾਂਗੇ, ਉਸੇ ਨੂੰ ਦਸਵੰਧ ਦਿਆਂਗੇ ਜਿਹੜਾ ਸਾਨੂੰ ਪੁੱਤਰ ਦੇਵੇਗਾ। ਹਮ ਦਿਨੋ ਥੋ ਸੋ ਮਾਰੇ। ਭਾਈ ਮੇਹਰ ਸਿੰਘ ਕਹਿਣ ਲੱਗਾ ਜਿਹੜਾ ਨੇ ਸਾਲ ਬਾਅਦ ਪੁੱਤਰ ਦੇਣਾ ਸੀ ਅਸੀਂ ਤਾਂ ਮਾਰ ਦੇਣਾ ਸੀ, ਉਹਨੂੰ ਪੈਦਾ ਹੀ ਨਹੀਂ ਸੀ ਹੋਣ ਦੇਣਾ। ਪਰ ਸਿੱਖ ਕੇ ਹਿਤ ਸਿੱਖ ਨੇ ਕੋ ਹੇਤਾ। ਹੁਣੇ ਗੁਰਸਿੱਖ ਹੈ, ਸਾਡਾ ਗੁਰ ਭਾਈ ਹੈ। ਇੱਕ ਤਾਂ ਸਿੱਖ ਦੇ ਨਾਲ ਹਿਤ ਸਾਡਾ ਪਿਆਰ ਹੈ ਅਤੇ ਸਿੱਖਣੀ ਦੇ ਅਹੇਤ ਅਪ੍ਰੇਮ ਕਰਕੇ। ਕਿਉਂ ਅੱਧੋ ਕੰਚਨ ਅੱਧੋ ਰੇਤ। ਜਿਵੇਂ ਅੱਧਾ ਸੋਨਾ ਤੇ ਅੱਧੀ ਰੇਤ ਮਿਲੀ ਹੋਵੇ, ਇਉਂ ਦੋਵੇਂ ਆਪਸ ਦੇ ਵਿੱਚ ਹਨ। ਮਤਲਬ ਜਿਹੜੀ ਸਿੱਖਣੀ ਹੈ ਉਹ ਗੰਗੂ ਸ਼ਾਹੀਆਂ ਦੀ ਹੈ ਤੇ ਸਿੱਖ ਜਿਹੜਾ ਹੈ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਿੰਘ ਹੈ। ਦੋਹਰਾ ਪੰਜ ਸਿੰਘਨ ਮਿਲ ਇਮ ਕਹਿਓ। ਤਾਂ ਫਿਰ 5 ਸਿੰਘਾਂ ਨੇ ਇਸ ਤਰ੍ਹਾਂ ਮਿਲ ਕਰਕੇ ਅਰਦਾਸਾ ਸੋਧਿਆ। ਧਰ ਗੁਰ ਚਰਨਨ ਧਿਆਨ। ਕਹਿੰਦੇ ਲਓ ਖਾਲਸਾ ਜੀ ਹੁਣ ਤੁਹਾਨੂੰ ਗੁਰੂ ਘਰ ਦੀ ਕਰਾਮਾਤ ਦਿਖਾਉਂਦੇ ਆ। ਉਹਨੇ ਸਾਲ ਬਾਅਦ ਆਖਿਆ ਸੀਗਾ, ਇਹਨਾਂ ਨੇ ਗੁਰੂ ਮਹਾਰਾਜ ਦੇ ਚਰਨਾਂ ਦਾ ਧਿਆਨ ਧਾਰਿਆ। ਇਸ ਸੁਤ ਸਤਮਾਹਾ ਦੀਜੀਏ। ਤੇ ਗੁਰੂ ਮਹਾਰਾਜ ਦੇ ਚਰਨਾਂ ਦਾ ਧਿਆਨ ਧਾਰ ਕੇ ਅਰਦਾਸਾ ਸੋਧਿਆ ਕਿ ਹੇ ਜਾਣੀ ਜਾਣ ਸਤਿਗੁਰੂ ਇਸ ਆਪਣੇ ਸਿੱਖ ਨੂੰ 7 ਮਹਾ ਪੁੱਤਰ ਦਿਓ ਜੀ। ਸਤਿਗੁਰ ਜਾਣੀ ਜਾਣ। ਇਹ ਸਤਿਗੁਰੂ ਮਹਾਰਾਜ ਤੁਸੀਂ ਜਾਣੀ ਜਾਣ ਹੋ। ਚਾਉ ਬਾਈ ਇਹ ਬਾਤ ਲਈ ਸਿੰਘਨ ਲਿਖਾਏ। ਇਹੀ ਗੱਲ ਸਿੰਘਾਂ ਨੇ ਲਿਖਵਾ ਲਈ ਹੈ ਕਿ ਲਿਖੋ ਭਾਈ ਇਹ ਸਾਡਾ ਇਕਰਾਰ ਹੈ। ਇਹ ਸਾਲ ਮਗਰੋਂ ਦਿੰਦਾ ਪਿਆ ਹੈ ਅਤੇ 7 ਮਹੀਨੇ ਦਿੰਦੇ ਹਾਂ। ਸਿੰਘ ਹਮ ਇਸੀ ਦਿਨ ਆਏ। ਸੋ ਜੇ 7 ਮਹੀਨੇ ਸਿੱਖ ਦੇ ਘਰ ਪੁੱਤਰ ਜਨਮਿਆ ਤਾਂ ਅਸੀਂ ਇਸ ਦਿਨ ਦੇ ਆ ਕੇ ਇਹਨੂੰ ਸਿੰਘ ਸਜਾਵਾਂਗੇ। ਦਸਵੰਧ ਰਹਿਓ ਸਿੱਖ ਪੁੱਤ ਹੋਏ। ਦਸਵੰਧ ਸਿੱਖ ਦੇ ਘਰ ਜਮਾ ਰਹਿਣ ਦਿਓ। ਜਦੋਂ ਪੁੱਤਰ ਪੈਦਾ ਹੋਏਗਾ ਉਦੋਂ ਦਸਵੰਧ ਲਵਾਂਗੇ। ਜੋ ਜੀਵੈ ਤੋ ਆਏ ਲੈ ਸੋਏ। ਜਿਹੜਾ ਜਿਉਂਦਾ ਰਿਹਾ ਉਹ ਆ ਕੇ ਦਸਵੰਧ ਲੈ ਲਵੇਗਾ। ਤੂੰ ਵਲਨ ਕੇ ਲਿਖੇ ਕਰਾਰ। ਸਿਆਣਿਆਂ ਪੰਚਾਇਤੀ ਬੰਦਿਆਂ ਨੇ ਇਕਰਾਰਨਾਮੇ ਦੋਹਾਂ ਪਾਸਿਆਂ ਤੋਂ ਲਿਖਾ ਲਏ ਹਨ। ਪ੍ਰਸ਼ਾਦ ਸਕਾਏ ਦੇ ਬਾਹਰ ਨਕਾਰ। ਪ੍ਰਸ਼ਾਦਾ ਤਿਆਰ ਸੀਗਾ ਘਰ ਵਿੱਚ, ਅਰਦਾਸਾ ਕਰਕੇ ਲੰਗਰ ਵਰਤਾ ਕੇ ਤੇ ਹੁਣ ਆਖਿਆ ਭਾਈ ਤੁਸੀਂ ਜਾਓ ਆਪ ਆਪਣੇ ਰਾਹ ਲਵੋ।
ਪ੍ਰਸ਼ਾਦਾ ਛਕਾ ਕੇ ਘਰੋਂ ਦੋਰਿਆ। 7 ਮਹੀਨੇ ਬੀਤਤ ਜਬ ਪਾਏ, ਜਿਸ ਵਕਤ 7 ਮਹੀਨੇ ਬਤੀਤ ਹੋ ਗਏ, ਉਸੇ ਨਾਰ ਨੇ ਪੁੱਤਰ ਦਇਓ ਜਾਏ। ਉਸ ਗੁਰਸਿੱਖ ਦੀ ਇਸਤਰੀ ਨੇ ਪੁੱਤਰ ਨੂੰ ਜਨਮ ਦਿੱਤਾ ਹੈ। 7 ਮਾਹ ਪੁੱਤਰ ਪੈਦਾ ਹੋ ਗਿਆ। ਖਾਲਸੇ ਦਾ ਬਚਨ ਪੂਰਾ ਹੋਇਆ ਹੈ। ਕੁੰਡਲੀਆ ਉਸੇ ਸਿੱਖ ਮਨ ਆਨੰਦ ਭਇਓ, ਉਸ ਗੁਰਸਿੱਖ ਦੇ ਮਨ ਦੇ ਵਿੱਚ ਆਨੰਦ ਹੋ ਗਿਆ, ਖੁਸ਼ੀਆਂ ਆ ਗਈਆਂ। ਧਮਕ ਦਇਓ ਬਜਵਾਏ, ਨਗਾਰਾ ਖੜਕਾ ਦਿੱਤਾ ਉਹਨੇ ਖੁਸ਼ੀਆਂ ਦਾ। ਇੱਕ ਖੁਸ਼ੀ ਪੁੱਤਰ ਭਏ ਕੀ, ਇੱਕ ਤਾਂ ਪੁੱਤਰ ਹੋਏ ਦੀ ਖੁਸ਼ੀ ਹੈ। ਦੂਈ ਗੁਰ ਲਈ ਪੈਜ ਬਧਾਏ, ਦੂਸਰੀ ਗੁਰੂ ਸਾਹਿਬ ਨੇ ਪੈਜ ਰੱਖ ਲਈ ਹੈ। ਤੇ ਵਧੀ ਵੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ। ਇਹ ਮਹਾਰਾਜ 10ਵੇਂ ਪਾਤਸ਼ਾਹ ਦਾ ਸਿੱਖ ਸੀਗਾ। ਸਿੱਖ ਦੀ ਸਿੱਖੀ ਨੂੰ ਬਰਕਰਾਰ ਰੱਖਿਆ, ਸਿੱਖ ਦੀ ਲਾਜ ਰੱਖ ਲਈ ਹੈ। ਦੋਈ ਗੁਰੂ ਲਈ ਪੈਜ ਬਧਾਏ, ਇਉਂ ਗੁਰੂ ਮਹਾਰਾਜ ਨੇ ਸੋ ਦੂਜੀ ਗੱਲ ਇਹ ਵਾਅਦਾ ਕੀਤਾ ਕਿ ਉਹਦੀ ਇੱਜ਼ਤ ਨੂੰ, ਪੈਜ ਨੂੰ, ਪ੍ਰਤਿਗਿਆ ਨੂੰ ਰੱਖਿਆ ਹੈ। ਉਹਦੀ ਸਿੱਖੀ ਨੂੰ ਆਂਝ ਨਹੀਂ ਆਈ। ਸਿੱਖਾਂ ਕੇ 10ਮ ਪਾਤਸ਼ਾਹੀ, 10ਵੇਂ ਪਾਤਸ਼ਾਹ ਨੇ ਸਿੱਖ ਦੀ ਲਾਜ ਰੱਖੀ ਹੈ। ਖਾਲਸਾ ਪੰਥ ਦੀ ਵੀ ਪਤ ਰਹਿ ਗਈ। ਗੁਰਸਿੱਖਾਂ ਦਾ ਬਚਨ ਪੂਰਾ ਹੋਇਆ ਹੈ। 5 ਸਿੰਘਾਂ ਕੀ ਅਰਦਾਸ ਭਾਂਤ, ਉਸ ਰਾਸ ਆਈ। ਇੰਜ 5 ਸਿੰਘਾਂ ਨੇ ਜੋ ਅਰਦਾਸ ਕੀਤੀ ਸੀ, ਉਸੀ ਭਾਂਤ ਜਿਵੇਂ ਗੁਰੂ ਸਾਹਿਬ ਦੱਸ ਗਏ ਨੇ। 5 ਸਿੱਖਣ ਦੀ ਅਰਦਾਸ ਕਰਾਵੇ, ਜੋ ਬਰ ਮੰਗੈ ਸੋ ਬਰ ਪਾਵੇ। ਤਾਂ ਉਹ ਰਾਸ ਆਈ। ਗੁਰੂ ਸਾਹਿਬ ਜੀ ਨੇ ਭਲਾ ਕਰ ਦਿੱਤਾ। ਗੰਗੂ ਦਾਸੀਆਂ ਗਲ ਹਲਕੀ ਪਾਈ, ਗੰਗੂ ਦਾਸੀਆਂ ਦੀ ਗੱਲ ਹੌਲੀ ਪੈ ਗਈ। ਆਉ ਖਾਲਸੇ ਆਈ ਬਹੁ ਖੁਸ਼ੀ, ਤੇ ਉਹਨਾਂ ਦੀ ਗੱਲ ਢਿੱਲੀ ਪੈ ਗਈ। ਉਹਨਾਂ ਦਾ ਬਚਨ ਪੂਰਾ ਨਹੀਂ ਹੋ ਸਕਿਆ ਤੇ ਖਾਲਸੇ ਨੂੰ ਖੁਸ਼ੀਆਂ ਬਣ ਆਈਆਂ। ਜੈ ਜੈਕਾਰ ਹੋ ਗਈ ਖਾਲਸਾ ਪੰਥ ਦੀ। ਭਇਓ ਜੈ ਜੈਕਾਰ ਕਮਿਆਰ ਸਿੰਘ, ਸੋ ਭਾਈ ਮੇਹਰ ਸਿੰਘ ਜੋ ਕੁਮਾਰ ਸਿੱਖ ਸੀ ਦਿੱਲੀ ਵਾਲਾ, ਤੋ ਇਹਦੇ ਡੇਰੇ ਵਿੱਚ ਜੈ ਜੈਕਾਰ ਹੋ ਗਈ। ਇਹਨੇ ਆ ਕੇ ਲਾਇਓ ਦਸਵੰਦ ਆਇਨ ਦਿਨ ਉਸੇ, ਉਹ ਸਿੱਖ ਤੋਂ ਗੁਰੂ ਦਾ ਦਸਵੰਦ ਉਸੇ ਦਿਨ ਦੀ ਆ ਕੇ ਲਿਆ ਅਤੇ ਸਿੰਘਾਂ ਨੇ ਜੈ ਜੈਕਾਰ ਸੋ ਸਰਵਣ ਕਰਾਈ। ਜੈਕਾਰੇ ਛੱਡੇ। ਦੋਹਰਾ ਲਾਗ ਦੁਆਬੇ ਦੇਸ ਕੇ, ਪਰਬਤ ਦੇ ਵਿੱਚ ਤੇ ਦੁਆਬੇ ਦੇਸ਼ ਦੇ ਲਾਗੇ, ਪਰਬਤ ਬੀਚ ਕਹਾਏ। ਜੋ ਛੋਟੀਆਂ ਪਹਾੜੀਆਂ ਜੋ ਸਤਲੁਜ ਦੇ ਕਿਨਾਰੇ ਕਿਨਾਰੇ ਉਰਲੇ ਪਾਸੇ ਆਉਂਦੀਆਂ ਹਨ। ਤੇ ਟਿਗ ਖਾਗੋ ਪਿੰਡ ਹੁਤੋ, ਉਹਦੇ ਕੋਲ ਘਾਗੋ ਨਾਮ ਦਾ ਪਿੰਡ ਸੀ ਇੱਕ। ਖੱਤਰੀ ਗੰਗੂ ਬਸਾਏ, ਉਥੋਂ ਦਾ ਗੰਗੂ ਨਾਮ ਦਾ ਖੱਤਰੀ ਰਹਿਣ ਵਾਲਾ ਸੀ। ਚਾਉ ਪਾਈ ਉਸ ਪੈ ਰਿਜਕ ਹੁਤੋ ਅਤ ਥੋੜੋ, ਗਰੀਬ ਸਿੱਖ ਸੀ, ਘਰੋਂ ਥੋੜਾ ਰਿਜਕ ਸੀ, ਕੋਈ ਐਡੀ ਕਮਾਈ ਨਹੀਂ ਸੀ ਕਰਨ ਯੋਗ ਉਹਦੇ ਘਰ। ਸੋ ਬਾਂਦੜਗੀ ਚੌ ਗਿਰਦੇ ਦੌੜੋ, ਜਦੋਂ ਬਾਣੀਆਂ ਜਾਂ ਖੱਤਰੀ ਗਰੀਬ ਹੋ ਜਾਏ ਉਹ ਫਿਰ ਹੱਟ ਤਾਂ ਖੋਲ ਨਹੀਂ ਸਕਦਾ। ਉਹ ਥੋੜੀ ਬਹੁਤੀ ਗੰਢੜੀ ਬੰਨ ਲੈ ਜਾਂਦੇ, ਗੋੜ ਆਦਿਕ ਦੀ ਲੈ ਜਾਂਦੇ, ਜਾਂ ਨੂਣ ਬੰਨ ਲਿਆ ਪੇਟਾ ਕਰਦੇ। ਇਹਨੇ ਗਠੜੀ ਬੰਨ ਗਏ ਤੇ ਫੇਰੀ ਲਾ ਕੇ ਪਿੰਡਾਂ ਦੇ ਚੌਫੇਰੇ ਦੌੜਿਆ ਫਿਰਦਾ ਸੀ। ਤਬ ਸੰਗਤ ਥੇ ਗੁਰ ਟਿਕ ਜਾਵਤ, ਤਦੋਂ ਗੁਰੂ ਕੀ ਸੰਗਤ ਯਾਤਰਾ ਵਾਸਤੇ ਗੁਰੂ ਜੀ ਦੇ ਕੋਲ ਜਾ ਰਹੀ ਸੀ। ਭਈ ਪੇਟ ਤਿਸ ਫੇਰੋ ਪਾਵਤ, ਫੇਰੀ ਲਾਉਂਦੇ ਗੰਗੂ ਖੱਤਰੀ ਦੀ ਸੰਗਤ ਨਾਲ ਭੇਂਟ ਹੋਈ, ਯਾਨੀ ਮਿਲਾਪ ਹੋਇਆ ਸੰਗਤ ਨਾਲ।
ਜਿਸ ਵਕਤ ਉਹਦਾ ਮਿਲਾਪ ਹੋਇਆ। ਤਿਨ ਹੈ ਪੁੱਛਿਓ ਤੁਮ ਕਹਾਂ ਸਿਧਾਰੋ। ਉਹਨੇ ਸੰਗਤ ਨੂੰ ਪੁੱਛਿਆ ਕਿ ਤੁਸੀਂ ਕਿੱਥੇ ਜਾ ਰਹੇ ਹੋ। ਸਿਰ ਸਤਿਗੁਰ ਟਿਕਿਓ ਨ ਉਚਾਰੋ। ਸੰਗਤ ਨੇ ਆਖਿਆ ਕਿ ਅਸੀਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਚੱਲੇ ਹਾਂ। ਸਿਰ ਸਤਿਗੁਰ ਪੁੱਛਿਓ ਓਨ ਕੈਸੋ। ਉਹਨੇ ਕਿਹਾ ਕਿ ਕਿਸ ਤਰ੍ਹਾਂ ਨੇ ਗੁਰੂ ਸਾਹਿਬ, ਕੋਈ ਰੱਖਦੇ ਨੇ ਬਰਕਤਾਂ ਕਰਾਮਾਤ, ਕੋਈ ਹੈ ਸ਼ਕਤੀ ਤਾਕਤ। ਅਣਜਾਣ ਸੀ ਨਾ ਬੰਦਾ। ਇਉਂ ਜਦੋਂ ਪੁੱਛਿਆ ਸੰਗਤ ਨੂੰ, ਭੁਗਤ ਭੁਗਤ ਦੇਨ ਜੋਗਾ ਕਹਸੋ। ਕਿ ਜੇ ਉਹਨਾਂ ਕੋਲੋਂ ਕੋਈ ਮੰਗ ਕਰੀਏ ਤਾਂ ਮੁਕਤੀ ਦੀ ਮੰਗ ਕਰੀਏ, ਭੁਗਤੀ ਕੋਈ ਪਦਾਰਥ ਦੀ ਬਖਸ਼ਿਸ਼ ਕਰ ਸਕਦੇ ਨੇ। ਉਹ ਸੰਗਤ ਗੰਗੂ ਖੱਤਰੀ ਨੂੰ ਕਹਿਣ ਲੱਗੀ ਕਿ ਗੁਰੂ ਜੀ ਮੁਕਤੀ ਤੇ ਦੁਨਿਆਵੀ ਪਦਾਰਥ ਦੇਣ ਵਾਲੇ ਹਨ। ਮੁਕਤ ਲੋੜ ਹਮਕੋ ਕੁਛ ਨਾਹੀ। ਉਹਨਾਂ ਨੇ ਜਦੋਂ ਦੱਸਿਆ ਕਿ ਸਤਿਗੁਰਾਂ ਦੇ ਚਰਨਾਂ 'ਚ ਦੋਵੇਂ ਚੀਜ਼ਾਂ ਹਾਜ਼ਰ ਨੇ, ਮੁਕਤ ਅਤੇ ਭੁਗਤ, ਤਾਂ ਗੰਗੂ ਕਹਿਣ ਲੱਗਾ ਕਿ ਮੈਨੂੰ ਮੁਕਤੀ ਦੀ ਤਾਂ ਕੋਈ ਲੋੜ ਨਹੀਂ ਹੈ। ਭੁਗਤ ਦਿਵਾਵੋ ਤੋ ਸੰਗ ਜਾਹੇ। ਜੇ ਮੇਰੀ ਗੁਰੂ ਸਾਹਿਬ ਕੋਲ ਸਿਫਾਰਿਸ਼ ਕਰਕੇ ਮੇਰੇ ਘਰ ਵਿੱਚ ਰਿਜ਼ਕ ਦਵਾ ਦਿਓ ਤਾਂ ਮੈਂ ਤੁਹਾਡੇ ਨਾਲ ਚੱਲਾਂਗਾ। ਮੈਂ ਵੀ ਗੁਰੂ ਜੀ ਦੇ ਦਰਸ਼ਨ ਕਰਾਂ ਜਾ ਕੇ। ਉਹਨੇ ਕਹਿਓ ਉਹ ਦੋ ਕਾਨੀ। ਤਾਂ ਸੰਗਤ ਨੇ ਗਿਆ ਉੱਥੇ ਕਿ ਦੋਵੇਂ ਬਹੁਤ ਨੇ, ਮੁਕਤ ਤੇ ਭੁਗਤ। ਮੁਕਤੀ ਲੈ ਲੈ ਭਾਵੇਂ ਭੁਗਤ ਪਦਾਰਥ ਲੈ ਲੈ। ਦਰਸ਼ਨ ਪਾਵਤ ਹੋਤ ਸੋ ਤਾਨੀ। ਉਹਨਾਂ ਸਤਿਗੁਰਾਂ ਦੇ ਤਾਂ ਦਰਸ਼ਨ ਕੀਤਿਆਂ ਹੀ ਤਨੀ ਹੋ ਜਾਈਦਾ, ਗਰੀਬ ਤੋਂ ਅਮੀਰ ਹੋ ਜਾਂਦਾ ਹੈ। ਦੇਨ ਹਾਰ ਔਰਨ ਕੋ ਹੋਵੈ। ਗੁਰਸਿੱਖਾਂ ਨੇ ਗਿਆ ਜਿਹੜਾ ਗੁਰੂ ਸਾਹਿਬ ਜੀ ਦਾ ਸਿੱਖ ਬਣ ਜਾਏ ਉਹ ਤਾਂ ਹੋਰਨਾਂ ਨੂੰ ਵਰਦਾਨ ਦੇਣ ਲੱਗ ਜਾਂਦਾ, ਉਹ ਤਾਂ ਹੋਰਨਾਂ ਲੋਕਾਂ ਦੇ ਕਾਰਜ ਪੂਰੇ ਕਰਦਾ ਹੈ। ਨਿਸ਼ਚੈ ਤਰ ਗੁਰ ਚਰਨ ਚਰਨਨ ਜੋਵੈ। ਨਿਸ਼ਚੈ ਰੱਖ ਕੇ ਜਿਹੜਾ ਗੁਰੂ ਚਰਨਾਂ ਦਾ ਧਿਆਨ ਧਰੇ, ਯਕੀਨ ਕਰੇ, ਭਰੋਸਾ ਕਰੇ, ਸਿਦਕ ਕਮਾਵੇ, ਉਹ ਸਿੱਖ ਨੂੰ ਮਿਲਦਾ, ਦੂਜੇ ਨੂੰ ਨਹੀਂ ਮਿਲਦਾ ਹੈ। ਉਹਨੇ ਕਹਿਓ ਮੋਹ ਪੈ ਭੇਟ ਨਾਹੀ। ਉਹ ਗੰਗੂ ਖੱਤਰੀ ਸੰਗਤ ਨੂੰ ਕਹਿਣ ਲੱਗਾ ਕਿ ਮੈਂ ਚੱਲਾਂ ਤਾਂ ਤੁਹਾਡੇ ਨਾਲ ਜ਼ਰੂਰ, ਪਰ ਭੇਟਾ ਰੱਖਣ ਨੂੰ ਮੇਰੇ ਕੋਲ ਪੈਸਾ ਕੋਈ ਨਹੀਂ ਹੈ। ਇਮ ਕਿਮ ਕਰ ਮਸਤਕ ਚਰਨ ਛੁਹਾਹੇ। ਮੈਂ ਕਿਵੇਂ ਉਹਨਾਂ ਦੇ ਚਰਨਾਂ ਨਾਲ ਆਪਣਾ ਮੱਥਾ ਛੁਹਾਵਾਂਗਾ। ਇਹ ਜਿਹੜੀ ਸਾਖੀ ਹੈ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਵੇਲੇ ਦੀ ਹੈ। ਦੋਹਰਾ ਔਰ ਕਹੀ ਨ ਮੋਹਿ ਪੈ। ਦੂਜਾ ਇਹ ਹੈ ਕਿ ਮੇਰੇ ਕੋਲ ਰੋਟੀ ਪਾਣੀ ਛਕਣ ਵਾਸਤੇ ਤੇ ਹੋਰ ਖਰਚ ਕਰਨ ਵਾਸਤੇ ਕੋਈ ਪੈਸਾ ਵੀ ਨਹੀਂ ਹੈ। ਰਾਹ ਦਾ ਖਰਚਾ ਮੈਂ ਕਿਵੇਂ ਕਰੂੰਗਾ। ਖਰਚ ਖਾਨ ਕੋ ਨਾਹੀ। ਮੈਂ ਭੋਜਨ ਆਦਿਕ ਕਿੱਥੋਂ ਛਕਿਆ ਕਰਾਂਗਾ। ਤੁਹਾਡੇ ਨਾਲ ਤੁਰ ਕੇ ਉੱਥੋਂ ਕਿਵੇਂ ਰੋਟੀ ਖਾਵਾਂਗਾ। ਸਿੱਖਨ ਕਹਿਓ ਤੋਹਿ ਹੋਏ ਆਪ। ਗੁਰਸਿੱਖਾਂ ਨੇ ਸਮਝਾਇਆ ਗੰਗੂ ਨੂੰ ਕਿ ਤੂੰ ਚਿੰਤਾ ਨਾ ਕਰ, ਜਿੱਥੋਂ ਅਸੀਂ ਦੋ ਪ੍ਰਸ਼ਾਦੇ ਛਕਾਂਗੇ ਉੱਥੋਂ ਤੂੰ ਵੀ ਛਕ ਲਿਆ ਕਰੀ। ਅਤੇ ਗੁਜ਼ਾਰੋ ਔਰ ਖੁਲਾਹੇ। ਜਿੱਥੇ ਪ੍ਰਸ਼ਾਦੇ ਪੱਕਦੇ ਹੋਣ ਉੱਥੋਂ ਲੈ ਲਿਆ ਕਰ, ਉੱਥੋਂ ਤੈਨੂੰ ਦੇ ਦਿਆ ਕਰਾਂਗੇ, ਤੇਰਾ ਖੁੱਲਾ ਗੁਜ਼ਾਰਾ ਹੋਵੇਗਾ। ਚੌਪਾਈ ਸੋ ਸੁਨ ਸਾਥ ਉਹਨੇ ਕੇਰਾ ਲਾ। ਸੰਗਤ ਦਾ ਇਹ ਬਚਨ ਸੁਣ ਕੇ ਕਿ ਤੇਰਾ ਗੁਜ਼ਾਰਾ ਅਸੀਂ ਕਰਾਂਗੇ, ਤਾਂ ਜਿਹੜਾ ਗੰਗੂ ਸੀ ਸਿੱਖਾਂ ਦੇ ਨਾਲ ਹੋ ਕੇ ਤੁਰ ਪਿਆ ਗੋਂਦਵਾਲ ਸਾਹਿਬ ਨੂੰ। ਪਹੁੰਚਿਓ ਗੋਂਦਵਾਲ ਵਹ ਚਾਲਾ। ਗੋਇੰਦਵਾਲ ਸਾਹਿਬ ਉਹ ਪਹੁੰਚ ਗਿਆ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੰਗਤ ਨਾਲ ਚੱਲ ਕੇ। ਸੰਗਤ ਦਰਸ਼ਨ ਸ੍ਰੀ ਗੁਰ ਪਾਇਓ। ਸਾਰੀ ਸੰਗਤ ਨੇ ਸਤਿਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਪ੍ਰਾਪਤ ਕੀਤੇ ਨੇ। ਕਰ ਪਰ ਦਖਣਾ ਭੂ ਮਾਥ ਟਿਕਾਇਓ। ਸਤਿਗੁਰੂ ਜੀ ਦੀਆਂ ਪਰਕਰਮਾਂ ਕਰਕੇ ਗੁਰੂ ਸਾਹਿਬ ਅੱਗੇ ਧਰਤੀ ਉੱਪਰ ਉਹਨਾਂ ਮੱਥਾ ਟੇਕਿਆ। ਧਾਰ ਭੇਟਾ ਗੁਰ ਬਚਨ ਸੁਨਾਇਓ। ਅਤੇ ਸਤਿਗੁਰੂ ਜੀ ਦੀ ਅੱਗੇ ਸੰਗਤ ਨੇ ਭੇਟਾ ਰੱਖੀ। ਅੱਗੋਂ ਗੁਰੂ ਜੀ ਨੇ ਸੰਗਤ ਪ੍ਰਤੀ ਇਸ ਤਰ੍ਹਾਂ ਬਚਨ ਕੀਤਾ,
वरदान सुनाया। ਮਨ ਇੱਛਤ ਫਲ ਸੰਗਤ ਪਾਇਓ। कि जो भी संगत ने मन विच इच्छा की है वही फल प्राप्त कर लिया है। गुरु जी ने कहा कि सब संगत की इच्छा पूरी हुई है। सारी संगत ਨੂੰ ਹੀ वरदान दे दिता। ਜਿਉ ਜਿਉ ਸੰਗਤ ਚੜਾਵੈ ਤਾਨੋ। ਜਿਉਂ-ਜਿਉਂ ਸੰਗਤਾਂ ਸਤਿਗੁਰੂ ਜੀ ਨੂੰ ਧਨ ਲਿਆ ਕੇ ਭੇਟਾ ਕਰਦੀਆਂ ਨੇ। ਹੋਏ ਸ਼ਰਮਿੰਦੋ ਗੰਗੋ ਕਾਨੋ। ਤਿਵੇਂ ਜਿਹੜਾ ਗੰਗੂ ਸੀਗਾ, ਕਿਉਂਕਿ ਉਹਦੇ ਕੋਲ ਕੋਈ ਭੇਟਾ ਦੇਣ ਵਾਸਤੇ ਰੁਪਈਆ ਪੈਸਾ ਹੈ ਨਹੀਂ ਸੀਗਾ, ਉਹ ਵਿਚਾਰਾ ਸ਼ਰਮਿੰਦਾ ਹੁੰਦਾ ਹੈ ਕਿ ਮੈਂ ਬਿਨਾਂ ਪੈਸੇ ਤੋਂ ਕਿਵੇਂ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਾਂ। ਤੋ ਗੰਗੂ ਪੈ ਗੋੜਿਆਤ ਢੀਲਾ। ਗੰਗੂ ਖੱਤਰੀ ਦੇ ਕੋਲ ਇੱਕ ਢਿੱਲਾ ਜਿਹਾ ਗੁੜ ਸੀਗਾ, ਗੁੜ ਦੀ ਰੋੜੀ ਉਹ ਢਿੱਲੀ ਸੀਗੀ। ਧਾਰ ਨ ਸਕੇ ਮੁਖ ਹੋਇਓ ਪੀਲਾ। ਉਹ ਗੁੜ ਢਿੱਲਾ ਜਿਹਾ ਹੋਣ ਕਰਕੇ ਸਤਿਗੁਰੂ ਜੀ ਦੇ ਅੱਗੇ ਭੇਟਾ ਨਹੀਂ ਰੱਖ ਸਕਦਾ, ਸ਼ਰਮਿੰਦਾ ਹੋਇਆ। ਗੰਗੂ ਦਾ ਮੂੰਹ ਪੀਲਾ ਜਿਹਾ ਹੋ ਗਿਆ। ਸੋ ਸਤ ਗੁਰ ਸੇ ਜਾਣੀ ਜਾਣ। ਸਤਿਗੁਰੂ ਅਮਰਦਾਸ ਸਾਹਿਬ ਜੀ ਜੋ ਕਿ ਜਾਣੀ ਜਾਣ ਸਨ ਕਿ ਸਿੱਖ ਨਮਸਕਾਰ ਕਰਨੀ ਚਾਹੁੰਦਾ ਹੈ ਪਰ ਉਹਦੇ ਪਾਸ ਭੇਟਾ ਨਹੀਂ ਹੈ। ਸੰਸੇਵਾਨ ਸਿੱਖ ਲਿਓ ਪਛਾਣ। ਵੈਸੇ ਅੱਜ ਤੱਕ ਮੈਂ ਤਾਂ ਇਹ ਸੁਣਿਆ ਹੈ, ਪਹਿਲੀ ਵਾਰ ਪੜ੍ਹ ਰਿਹਾ ਹਾਂ ਕਿ ਗੁਰੂ ਅਮਰਦਾਸ ਜੀ ਦੇ ਕੋਲ ਰੁਪਈਏ ਤੇ ਪੈਸੇ ਚੜ੍ਹਦੇ ਸਨ। ਮਤਲਬ ਅੱਜ ਤੱਕ ਨਾ ਤਾਂ ਕਿਤੇ ਪੜ੍ਹਿਆ ਤੇ ਨਾ ਸੁਣਿਆ ਹੈ, ਕਿਉਂਕਿ ਇਹੀ ਸੁਣਦੇ ਆਏ ਹਾਂ ਕਿ ਗੁਰੂ ਅਮਰਦਾਸ ਜੀ ਰੁਪਈਏ ਪੈਸੇ ਦੀ ਭੇਟਾ ਨਹੀਂ ਸਨ ਲਿਆ ਕਰਦੇ। ਅਕਬਰ ਨੇ ਜਦ ਹੀਰੇ ਮੋਤੀ ਭੇਟਾ ਕੀਤੇ ਤੇ ਗੁਰੂ ਸਾਹਿਬ ਨੇ ਮੋੜ ਦਿੱਤੇ ਸੀਗੇ। ਲੰਗਰ 'ਚ ਰਸਤ ਪਾਣੀ ਲੈਂਦੇ ਸੀਗੇ ਜ਼ਰੂਰ, ਤੇ ਉਹ ਵੀ ਇੱਕ ਦਿਨ ਦਾ ਪੱਕਣ ਜੋਗਾ, ਬਸ ਹੋਰ ਵੱਧ ਨਹੀਂ। ਹਾਂ, ਇਹ ਹੋ ਸਕਦਾ ਹੈ ਕਿ ਰੁਪਈਏ ਪੈਸੇ ਸੰਗਤਾਂ ਕੋਲ ਹੋਣਗੇ ਤੇ ਜਿਹੜੀਆਂ ਸੰਗਤਾਂ ਨੇ ਉਹਨਾਂ ਨੇ ਰੁਪਈਏ ਪੈਸੇ ਕਿ ਭੇਟਾ ਕਰਨ ਦੀ ਬਜਾਏ ਤੋਂ ਜਿਵੇਂ ਲੰਗਰ ਦੀ ਰਸਤੇ ਦੇ ਕੋਲ ਗੁੜ ਹੈ, ਉਹਨਾਂ ਨੇ ਕਿਸੇ ਨੇ ਚੌਲ ਜਾਂ ਕੁਛ ਲੰਗਰ ਦੀ ਰਸਤ ਭੇਟਾ ਕੀਤੀ ਹੋਊਗੀ, ਇਹਦੇ ਕੋਲ ਵਧੀਆ ਰਸਤ ਨਹੀਂ ਹੋਊਗੀ ਤਾਂ ਗੁੜ ਦੀ ਰੋੜੀ ਸੀਗੀ ਉਹ ਵੀ ਢਿੱਲੀ ਸੀਗੀ, ਇਸ ਤਰ੍ਹਾਂ ਹੋ ਸਕਦਾ ਹੈ। ਪਰ ਉਹ ਪੈਸੇ ਵਾਲੀ ਗੱਲ ਮੰਨਣ 'ਚ ਨਹੀਂ ਆ ਰਹੀ। ਸੋ ਸਤਿਗੁਰੂ ਅਮਰਦਾਸ ਜੀ ਬਹੁਤ ਜ਼ਿਆਦਾ ਤਿਆਗੀ ਵਿਰਾਗੀ ਸਨ। ਸੰਸੇਵਾਨ ਸਿੱਖ ਲਿਓ ਪਛਾਨ। ਸਤਿਗੁਰੂ ਜੀ ਨੇ ਸਿੱਖ ਨੂੰ ਪਹਿਚਾਨ ਲਿਆ ਕਿ ਇਹਦੇ ਮਨ ਵਿੱਚ ਸੰਸਾਰ ਹੈ। ਕਾਹਿਓ ਸਤਿਗੁਰ ਸਿੱਖ ਆਗੇ ਆਵੋ। ਸਤਿਗੁਰੂ ਜੀ ਨੇ ਸਿੱਖ ਨੂੰ ਆਵਾਜ਼ ਮਾਰ ਕੇ ਕਿਹਾ, ਗੁਰਸਿੱਖਾ ਤੂੰ ਇੱਥੇ ਬੈਠਾ ਸੰਗਤ ਵਿੱਚ ਸੋਚੀ ਜਾ ਰਿਹਾ ਹੈ, ਅੱਗੇ ਆ। ਸਿੱਖ ਨੂੰ ਮਹਾਰਾਜ ਨੇ ਆਖਿਆ ਕਿ ਇਹ ਗੁਰਸਿੱਖਾ ਤੂੰ ਸੰਸਾ ਕਿਉਂ ਕਰਦਾ ਪਿਆ ਹੈ, ਅੱਗੇ ਆ ਜਾ। ਤਾਰੋ ਭੇਟ ਨਹਿ ਮਨ ਸੰਕਾਵੋ। ਜੋ ਭੇਟਾ ਲੈ ਕੇ ਆਏ ਹੈ ਅੱਗੇ ਆ ਕੇ ਰੱਖ ਤੇ ਮਨ ਦੇ ਵਿੱਚ ਸ਼ੰਕਾ ਨਾ ਕਰ ਕਿਸੇ ਪ੍ਰਕਾਰ ਦੀ। ਕੀ ਹੋਇਆ ਜੇ ਗੁੜ ਢਿੱਲਾ ਹੈ, ਜੋ ਹੈ ਉਹੀ ਭੇਟਾ ਕਰ ਦੇ। ਇਹਾਂ ਸੁਦਾਮੇ ਤੰਦੁਲ ਲੋੜ। ਸਤਿਗੁਰੂ ਜੀ ਕਹਿਣ ਲੱਗੇ ਇੱਥੇ ਬਹੁਤੇ ਧਨ ਦੀ ਲੋੜ ਨਹੀਂ ਹੈ, ਗੁਰਸਿੱਖ ਤਾਂ ਤਿਲ ਫੁੱਲ ਨਾਲ ਹੀ ਨਮਸਕਾਰ ਕਰ ਸਕਦਾ ਹੈ। ਜਦੋਂ ਸੁਦਾਮਾ ਗਿਆ ਸੀ ਕ੍ਰਿਸ਼ਨ ਭਗਵਾਨ ਜੀ ਨੂੰ ਮਿਲਣ ਵਾਸਤੇ ਤਾਂ ਸੁਦਾਮੇ ਦੀ ਘਰਵਾਲੀ ਨੇ ਤੰਦੁਲ ਮਤਲਬ ਮੁੱਠੀ ਕੋ ਚੌਲ ਬੰਨ੍ਹ ਦਿੱਤੇ ਸੀ ਸੁੱਕੇ ਕਿ ਆ ਲੈ ਜਾ ਭੇਟਾ ਕਰ ਦੇਈਂ। ਤੇ ਰਹੋ ਵਿਚਾਰ, ਸਾਖੀ ਬੜੀ ਲੰਬੀ ਆਪ ਜਾਣਦੇ ਹੀ ਹੋ। ਸਤਿਗੁਰੂ ਜੀ ਕਹਿਣ ਲੱਗੇ ਇੱਥੇ ਤਾਂ ਸੁਦਾਮੇ ਦੇ ਤੰਦਲਾਂ ਦੀ ਲੋੜ ਹੈ, ਭਾਵ ਗਰੀਬ ਗੁਰਸਿੱਖ ਦਾ ਤਾਂ ਤਿਲ ਫੁੱਲ ਮਨਜ਼ੂਰ ਹੈ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ, ਤਾਂ ਹੀ ਗੁਰ ਸਰਬ ਨਿਧਾਨ ਦਾਨ ਦੇਤ ਹੈ। ਯਹੀ ਹਮਕੋ ਲੱਖ ਕਰੋੜਾ। ਸਾਨੂੰ ਤਾਂ ਇਹੀ ਲੱਖਾਂ ਕਰੋੜਾਂ ਰੁਪਈਆਂ ਵਰਗਾ ਤੇਰਾ ਢਿੱਲਾ ਜਿਹਾ ਗੋੜੀ ਸਾਨੂੰ ਸ਼ਰਧਾ ਵਾਲਾ ਚੰਗਾ ਹੈ। ਦੋਹਰਾ ਗੁੜ ਗੰਗੋ ਟਿਗ ਧਰ ਕਹਿਓ। ਸਤਿਗੁਰੂ ਜੀ ਦੇ ਚਰਨਾਂ ਕੋਲ ਗੁੜ ਰੱਖ ਕੇ
ਗੰਗੂ ਖੱਤਰੀ ਕਹਿਣ ਲੱਗਾ, ਸ੍ਰੀ ਗੁਰ ਜਾਣੀ ਜਾਣ, ਹੇ ਜਾਣੀ ਜਾਣ ਅੰਦਰ ਜਾਮੀ ਸਤਿਗੁਰੂ ਜੀ ਮਹਾਰਾਜ, ਕੋ ਰਿਜਕ ਸੋ ਦੀਜੀਏ, ਹੇ ਗਰੀਬ ਨਵਾਜ ਕਿਰਪਾ ਕਰੋ, ਮੈਨੂੰ ਰਿਜਕ ਦੀ ਬਖਸ਼ਿਸ਼ ਕਰੋ ਜੀ। ਕੋਏ ਸੌਂਪੀਏ ਟਹਿਲ ਪਛਾਣ, ਤੇ ਆਪ ਮੈਨੂੰ ਆਪ ਦਾ ਸਿੱਖ ਪਹਿਚਾਣ ਕੇ ਜੋ ਮੈਂ ਟਹਿਲ ਕਰ ਸਕਦਾ, ਕੋਈ ਮੈਨੂੰ ਸੇਵਾ ਦੱਸੋ। ਚਾਉ ਪਾਈ ਸਿਰ ਸਤਿਗੁਰ ਤਿਸ ਆਸ ਫਰਮਾਇਓ, ਤਾਂ ਸਤਿਗੁਰੂ ਜੀ ਮਹਾਰਾਜ ਨੇ ਉਹਨੂੰ ਇਸ ਤਰ੍ਹਾਂ ਹੁਕਮ ਕੀਤਾ, ਟਹਿਲ ਬਾਉਲੀ ਕਹਿ ਸੋ ਲਾਇਓ, ਕਿ ਬੌਲੀ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਹੈ ਤੇ ਤੂੰ ਬੌਲੀ ਸਾਹਿਬ ਦੀ ਕਾਰ ਸੇਵਾ ਕਰ। ਥੋੜੋ ਥੋ ਕਾੜੋ ਬੌਲੀ ਟੁੱਟ ਤੋ ਨਾਹੇ, ਬੌਲੀ ਸਾਹਿਬ ਦੀ ਸੇਵਾ ਕਰਦੇ ਕਰਦੇ ਅੱਗੇ ਰੋੜਾਂ ਦਾ ਕੜ ਆ ਗਿਆ ਸੀਗਾ, ਮਤਲਬ ਪਥਰੀਲੀ ਜ਼ਮੀਨ ਆ ਗਈ ਸੀ। ਰੋੜਾਂ ਦਾ ਕੜ ਇਹੋ ਜਿਹਾ ਸੀ ਜੋ ਕਿਸੇ ਤੋਂ ਵੀ ਨਾ ਟੁੱਟੇ, ਕੋਈ ਗਿਣਤੀ ਨਾ ਖੁਬੇ, ਕੋਈ ਹੋਰ ਚੀਜ਼ ਨਾ ਖੁਬੇ ਉਹਦੇ ਵਿੱਚ। ਸਿੱਖ ਸੰਗਤ ਸਭ ਟਹਿਲ ਕਮਾਏ, ਗੋਇੰਦਵਾਲ ਸਾਹਿਬ ਵਿਖੇ ਦੀ ਸਾਖੀ ਹੈ ਜੋ ਬੌਲੀ ਸਾਹਿਬ ਅੱਜ ਵੀ ਮੌਜੂਦ ਹੈ, ਉਹਦਾ ਕੜ ਹੇਠਾਂ ਤੋਂ ਪਾਟਿਆ ਹੋਇਆ ਹੈ। ਸਭ ਸੰਗਤਾਂ ਰਲ ਮਿਲ ਕੇ ਉਹਦੀ ਸਾਕਾਰ ਸੇਵਾ ਕਰਦੀਆਂ ਸਨ। ਸੋ ਸਮੋ ਪਹੁੰਚਿਓ ਨੇਰਾ ਆਏ, ਉਹ ਕੜ ਟੁੱਟਣ ਦਾ ਸਮਾਂ ਵੀ ਨੇੜੇ ਆਣ ਕੇ ਪਹੁੰਚ ਗਿਆ, ਇਹਨੂੰ ਵਰਦਾਨ ਮਿਲਣ ਦਾ ਸਮਾਂ ਵੀ ਨੇੜੇ ਆ ਗਿਆ। ਗੁਰੂ ਕੀਆਂ ਖੁਸ਼ੀਆਂ ਹੋਈਆਂ, ਜਿਮ ਸਤਿਗੁਰ ਥੋ ਕਾੜੋ ਤੁੜਾਏ, ਜਿਵੇਂ ਸਤਿਗੁਰਾਂ ਨੇ ਰੋੜਾਂ ਦਾ ਕੜ ਤੁੜਵਾਇਆ ਸੀ ਬੌਲੀ ਸਾਹਿਬ ਜੀ ਦਾ। ਗੜ ਚਿਤੌੜ ਅਕਬਰ ਚਾਹ ਤੋੜਿਓ, ਇਧਰ ਚਿਤੌੜਗੜ੍ਹ ਦਾ ਕਿਲਾ ਰਾਜਪੂਤਾਂ ਨੇ ਆਕੀ ਕਰ ਲਿਆ, ਉੱਥੇ ਅਕਬਰ ਮੋਰਚਾ ਲਾਈ ਬੈਠਾ ਸੀ। ਉਹ ਚਾਹੁੰਦਾ ਇਹ ਗੜ ਟੁੱਟੇ, ਇਹ ਚਿਤੌੜ ਦਾ ਕਿਲਾ ਫਤਿਹ ਹੋ ਜਾਏ, ਮੇਰੀ ਜਿੱਤ ਹੋਵੇ। ਸ੍ਰੀ ਗੁਰੂ ਤੋ ਕਾੜਾ ਸੰਗ ਜੋੜਿਓ, ਇਹ ਚਿਤੌੜਗੜ੍ਹ ਦੀ ਫਤਿਹ ਨੂੰ ਸਤਿਗੁਰੂ ਜੀ ਨੇ ਬੌਲੀ ਸਾਹਿਬ ਦੇ ਕਰਨ ਨਾਲ ਜੋੜਿਆ ਹੋਇਆ ਸੀ ਕਿ ਜਦ ਬਾਵਲੀ ਕਾ ਟੂਟਾ ਤਬ ਚਿਤੌੜਗੜ੍ਹ ਛੂਟ, ਕਿ ਜਦੋਂ ਸਾਡੀ ਬੌਲੀ ਦਾ ਕੜ ਟੁੱਟੇਗਾ ਉਦੋਂ ਚਿਤੌੜਗੜ੍ਹ ਟੁੱਟੇਗਾ। ਸਤਿਗੁਰੂ ਜੀ ਨੇ ਬਚਨ ਕੀਤਾ ਸੀ, ਸਮਾਇ ਕੈ ਦੋ ਟੁੱਟ ਗਏ, ਇਹ ਦੋਵੇਂ ਚਿਤੌੜਗੜ੍ਹ ਤੇ ਬੌਲੀ ਸਾਹਿਬ ਦਾ ਕੜ ਇੱਕੋ ਸਮੇਂ ਟੁੱਟੇ ਸਨ। ਗੰਗੂ ਗੁਰੂ ਫਤਿਹਦਾਰ ਕਾਈ, ਗੰਗੂ ਨੂੰ ਮਹਾਰਾਜ ਜੀ ਨੇ ਸੇਵਾ ਤੇ ਲਾਇਆ ਹੋਇਆ ਸੀ। ਰੋੜਾਂ ਦਾ ਕੜ ਜੋ ਕਿ ਪਾਣੀ ਦੇ ਉੱਤੇ ਸੀ, ਕੜ ਤੋੜਨ ਵਾਸਤੇ ਗੰਗੂ ਜ਼ੋਰ ਜ਼ੋਰ ਦੀ ਭਾਰੀ ਹਥੌੜੇ ਵਦਾਨ ਮਾਰ ਰਿਹਾ ਸੀ। ਭਾਰੀ ਵਦਾਨ ਦੀ ਸੱਟ ਜਦ ਪੂਰੇ ਜ਼ੋਰ ਦੀ ਮਾਰੀ ਤਾਂ ਧੜਾਕ ਦੇ ਕੇ ਟੁੱਟ ਗਿਆ, ਬਗ ਬਗ ਕਰਦਾ ਪਾਣੀ ਉੱਤੇ ਆ ਗਿਆ ਤੇ ਗੰਗੂ ਵਿੱਚੇ ਡੁੱਬ ਗਿਆ। ਕੜ ਟੁੱਟ ਗਿਆ, ਉਧਰੋਂ ਚਿਤੌੜ ਦਾ ਕਿਲਾ ਛੁੱਟ ਗਿਆ। ਗੰਗੂ ਨੂੰ ਗੁਰੂ ਜੀ ਨੇ ਫਤਿਹਦਾਰ, ਫਤਿਹ ਲੈਣ ਵਾਲਾ ਕੀਤਾ। ਇਹ ਹੈ ਸਾਧ ਸੰਗਤ ਜੀਓ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਦੀ ਕਥਾ। ਪਰ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਇੱਕ ਮਾਨਕ ਨਾਮ ਦੇ ਸਿੱਖ ਦਾ ਨਾਮ ਲਿਖਿਆ ਹੈ ਤੇ ਉਹਦੀ ਮਾਂ ਜਦ ਰੋਣ ਲੱਗ ਪਈ ਵੀ ਮੇਰਾ ਪੁੱਤ ਮਹਾਰਾਜ ਕਿੱਥੇ ਗਵਾਚ ਗਿਆ, ਉਹ ਤਾਂ ਚੜ੍ਹਾਈ ਕਰ ਗਿਆ ਜੀ। ਤੇ ਗੁਰੂ ਸਾਹਿਬ ਨੇ ਮਾਂ ਨੂੰ ਰੋਂਦਿਆਂ ਵੇਖਿਆ, ਪਤਾ ਨਹੀਂ 12 14 24 ਘੰਟੇ ਪਤਾ ਨਹੀਂ ਕਾਫੀ ਸਮਾਂ ਗੁਜ਼ਰ ਗਿਆ ਸੀ। ਤੇ ਉਸ ਵਕਤ ਮਹਾਰਾਜ ਨੇ ਬਚਨ ਕੀਤਾ ਹੋਇਆ ਸੀਗਾ ਕਿ ਜਿੰਨਾ ਚਿਰ ਅਸੀਂ ਗੁਰਤਾ ਗੱਦੀ ਕਰਾਂਗੇ ਕਿਸੇ ਮਾਂ ਦੇ ਹੁੰਦਿਆਂ ਦਾ ਪੁੱਤ ਨਹੀਂ ਮਰੂਗਾ। 23 ਤਾਪ ਵਾਲੀ ਸਾਖੀ 'ਚ ਆਉਂਦਾ ਹੈ। ਤੇ ਮਾਨਕ ਡੁੱਬ ਗਿਆ, ਫਿਰ ਡੁੱਬਿਆ ਗੁਰੂ ਦੀ ਸੇਵਾ 'ਚ। ਮਾਰੇ ਕਹਿੰਦੇ ਵੀ ਹੈ ਮਾਨਕ ਡੁੱਬ ਗਿਆ, ਉਹ ਮਾਨਕ ਤਾਂ ਕਦੀ ਡੁੱਬਦੇ ਨਹੀਂ ਹੁੰਦੇ। ਉਹ ਮਾਨਕਾ ਤੂੰ ਕਿੱਥੇ ਗਿਆ, ਤੇਰੀ ਮਾਂ ਰੋ ਰਹੀ ਇਧਰ। ਤੇ ਉਹਨੇ ਮੋਢੇ ਤੇ ਉਹ ਰੱਖੀ ਗੈਂਦੀ ਜੀ ਜਿਹਦੇ ਨਾਲ ਮਾਰਿਆ ਸੀ ਸੱਟ, ਉਹ ਬਾਹਰ ਨੂੰ ਆ ਗਿਆ। ਤੋ ਕਹਿਣ ਤੋਂ ਮੁਰਾਦ ਇਹ ਹੈ ਵੀ ਕੜ ਕਿਵੇਂ ਟੁੱਟਾ, ਕਿੰਨੇ ਤੋੜਿਆ, ਸਾਡਾ ਇਹਦੇ ਨਾਲ ਮਤਲਬ ਨਹੀਂ ਹੈ। ਮਾਨਕ ਵੀ ਸਿੱਖ ਸੀਗਾ, ਇਹ ਗੰਗੂ ਵੀ ਸਿੱਖ ਸੀਗਾ ਤੇ ਇਹਨੂੰ ਵੀ ਮੰਜੀ ਦੀ ਬਖਸ਼ਿਸ਼ ਹੋਈ ਤੇ ਮਾਨਕ ਵੀ ਵੇਖੋ ਜੀ ਹੁੰਦਾ ਗੁਰੂ ਸਾਹਿਬ ਨੇ ਉੱਥੇ ਵੀ ਬਖਸ਼ਿਸ਼ ਕੀਤੀ। ਮਤਲਬ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੇ ਆਏ ਤੇ ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਛ ਨਾ ਬਸਾਏ। सतगुरु की सेवा सफल है, जे को करे चित लाए, मन चंदिया वर पावन हौमे विचों जाए। इंज गुरु महाराज की सेवा करन तो भाई बख्शिश हुंदी है, भुलां चुका क्षमा करनिया।
ਅੱਗੇ ਤੋਂ ਸਮਤ ਬਖਸ਼ਣੀ। ਅਸੀਂ ਕਥਾਵਾਚਕ ਹਾਂ, ਡਿਸੀਜਨ ਲੈਣ ਵਾਲੇ ਜੱਜ ਨਹੀਂ ਆ। ਮਤਲਬ ਗੁਰੂ ਘਰ ਦੇ ਇਤਿਹਾਸ ਦਾ ਅਸੀਂ ਡਿਸੀਜਨ ਨਹੀਂ ਤੁਹਾਨੂੰ ਦੇ ਸਕਦੇ। ਤੋ ਜੋ ਕੁਝ ਲਿਖਿਆ ਉਸੇ ਤਰ੍ਹਾਂ ਆਪ ਨੂੰ ਸਰਵਣ ਕਰਾਇਆ ਹੈ ਜੀ, क्षमा करो जी। समायिका दो टुट गाए, गंगू गुरु फतेहदार काई। वाहिगुरु जी का खालसा, वाहिगुरु जी की फतेह।